Like the video, subscribe to the channel and press the bell icon for latest video updates. ਹੁਣ ਆ ਦੇਖੋ ਈਵੀਐਮ ਦੇ ਮਾਮਲੇ 'ਚ ਬਈ ਜਦੋਂ ਸੁਖਬੀਰ ਸਿੰਘ ਬਾਦਲ ਸਾਡੇ ਨਾਲ ਸੀ, ਅਕਾਲੀ ਦਲ ਸਾਡੇ ਨਾਲ ਸੀ, ਉਦੋਂ ਤੁਸੀਂ ਬਿਆਨ ਕਿਉਂ ਨਹੀਂ ਦਿੱਤਾ ਜੀ? ਹਾਂ ਉਦੋਂ ਕਿਉਂ ਦਿੱਤਾ? ਬਿਲਕੁਲ ਠੀਕ। ਅਸੀਂ ਜਦੋਂ ਰਾਜਸਥਾਨ 'ਚ ਹਾਰੇ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਛੱਤੀਸਗੜ੍ਹ ਬੀਜੇਪੀ ਹਾਰੀ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਮੱਧ ਪ੍ਰਦੇਸ਼ ਹਾਰੀ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਮਹਾਰਾਸ਼ਟਰ ਹਾਰੀ ਕਿਉਂ ਨਹੀਂ ਬਿਆਨ ਦਿੱਤਾ? ਅੱਜ ਜਦੋਂ ਅਸੀਂ ਬਿਹਾਰ ਜਿੱਤੇ ਹਾਂ ਤੁਸੀਂ ਇਹ ਬਿਆਨ ਦਿੱਤਾ, ਫਿਰ ਨਾਲ ਕੀ ਕਹਿ ਰਹੇ ਆ ਕਿ ਆਉਣ ਵਾਲੇ 20 ਸਾਲ ਤੱਕ ਇਹਨਾਂ ਨੇ ਸਾਡੇ ਤੇ ਕਾਬਜ਼ ਰਹਿਣਾ, ਇਹ ਝੂਠ ਤੂਫਾਨ ਨਾਲ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਤਾਂ ਇੱਕ ਤਰ੍ਹਾਂ ਦਾ ਕਬਜ਼ਾ ਕਰ ਲਿਆ ਇਹਨਾਂ ਨੇ। ਹਾਂਜੀ। ਇਹ ਲੋਕਤੰਤਰ 'ਚ ਲੋਕਾਂ ਦਾ ਵਿਸ਼ਵਾਸ ਛਡਾਉਣਾ, ਡੈਮੋਕ੍ਰੈਟਿਕਲੀ ਇਲੈਕਟਡ ਪ੍ਰਾਈਮ ਮਿਨਿਸਟਰ ਨੂੰ, ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਨੂੰ ਅਪਮਾਨਿਤ ਕਰਨਾ, ਲੋਕਤੰਤਰ ਦਾ ਅਪਮਾਨ ਕਰਨਾ, ਲੋਕਤੰਤਰ ਦੇ ਅੰਦਰ ਸੰਵਿਧਾਨਿਕ ਸੰਸਥਾਵਾਂ ਦਾ ਅਪਮਾਨ ਕਰਨਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹ ਲੋਕਤੰਤਰ ਦੀ ਸੰਵਿਧਾਨਿਕ ਸੰਸਥਾ, ਔਰ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਕਰਕੇ ਪੂਰੀ ਦੁਨੀਆ ਉਹਨਾਂ ਨੂੰ ਸਲੂਟ ਕਰਦੀ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਉਹਨਾਂ ਦੇ ਬਾਰੇ ਕਿ ਠੀਕ ਚੋਣ ਨਹੀਂ ਹੈ, ਇਹ ਤਾਂ ਜ਼ਬਰਦਸਤੀ ਕਬਜ਼ਾ ਕਰਕੇ ਬੈਠੇ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਜੋ ਜਥੇਦਾਰ ਅਕਾਲ ਤਖਤ ਹੈਗੇ ਆ, ਉਹਨਾਂ ਨੇ ਜੋ ਸਪੀਚ ਕੀਤੀ, ਭਾਸ਼ਣ ਦਿੱਤਾ, ਉਹ ਇਵੇਂ ਲੱਗਦਾ ਸੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਬੁਲਾਰਾ ਭਾਸ਼ਣ ਦੇ ਰਿਹਾ ਹੋਵੇ। ਆਮ ਲੋਕਾਂ ਨੇ ਤੇ ਜਿਹੜੇ ਸਿੱਖ ਬੁੱਧੀਜੀਵੀ ਉਹਨਾਂ ਦੇ ਕੰਟੈਂਟਸ ਬਾਰੇ ਕੁਝ ਹੈਗੇ, ਤਰ੍ਹਾਂ ਦਾ ਭਾਸ਼ਣ ਹੋਣਾ ਚਾਹੀਦਾ ਸੀ। ਐਸਜੀਪੀਸੀ ਦੀ ਮਾਣ ਮਰਿਆਦਾ ਬੜੀ ਲੰਬੀ ਹੈਗੀ ਆ। ਇਸ ਸਾਰੇ ਵਿਸ਼ੇ ਤੇ ਅਸੀਂ ਡਿਟੇਲ 'ਚ ਗੱਲਬਾਤ ਕਰਾਂਗੇ। ਸਾਡੇ ਨਾਲ ਆਨਲਾਈਨ ਜੁੜੇ ਨੇ ਸਰ ਹਰਜੀਤ ਸਿੰਘ ਗਰੇਵਾਲ ਜੀ, ਜੋ ਕਿ ਸੀਨੀਅਰ ਬੀਜੇਪੀ ਲੀਡਰ ਹੈਗੇ ਆ ਤੇ ਕੌਮੀ ਸਕੱਤਰ ਰਹੇ ਹੈਗੇ ਆ ਬੀਜੇਪੀ ਦੇ। ਗਰੇਵਾਲ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ ਸਵਾਗਤ ਹੈਗਾ। ਤੁਸੀਂ ਉਹ ਲਾਈਵ ਟੈਲੀਕਾਸਟ ਦੇਖਿਆ ਹੋਣਾ ਮੇਰੇ ਖਿਆਲ ਸਾਰਾ ਜਥੇਦਾਰ ਸਾਹਿਬ ਦੇ ਭਾਸ਼ਣ ਦਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਕੀ ਤੁਹਾਡੀ ਬੀਇੰਗ ਬੀਜੇਪੀ ਲੀਡਰ ਪ੍ਰਤੀਕਿਰਿਆ ਹੈਗੀ ਆ? ਮੇਰੀ ਪ੍ਰਤੀਕਿਰਿਆ ਇਹ ਹੈ ਜੀ, ਇੱਕ ਤਾਂ ਜਥੇਦਾਰ ਸਾਹਿਬ ਜਿਹੜੇ ਆ ਉਹਨਾਂ ਨੂੰ ਧਾਰਮਿਕ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ, ਔਰ ਇੱਦਾਂ ਦੀ ਹਰ ਮੁੱਦੇ ਦੇ ਉੱਪਰ ਬੋਲਣਾ ਜਿਹੜਾ ਉਹ ਐਸੀ ਸੀਟ ਆ ਜਿੱਥੋਂ ਸਿੱਖਾਂ ਨੂੰ ਆਦੇਸ਼ ਜਾਂਦਾ, ਹੁਕਮਨਾਮਾ ਜਾਂਦਾ। ਉਹ ਕੌਣ ਮੰਨੇਗਾ ਜੇ ਤੁਸੀਂ ਰੋਜ਼ ਹੀ ਕਿਸੇ ਨਾ ਕਿਸੇ ਗੱਲ ਤੇ ਬੋਲਦੇ ਰਹੋਗੇ ਔਰ ਬਿਨਾਂ ਮਤਲਬ ਦੀਆਂ ਗੱਲਾਂ ਕਰਾਂਗੇ। ਇਸ ਕਰਕੇ ਜਥੇਦਾਰ ਸਾਹਿਬ ਨੂੰ ਮੇਰੀ ਪ੍ਰਾਰਥਨਾ ਕਿ ਉਹ ਜਿਹੜੀ ਸੀਟ ਆ, ਜਿਹੜਾ ਇੰਸਟੀਟਿਊਸ਼ਨ ਆ ਸ਼੍ਰੀ ਅਕਾਲ ਤਖਤ ਸਾਹਿਬ ਦਾ, ਉਹਨੂੰ ਹਰ ਸਿੱਖ ਸਿਰ ਝੁਕਾਉਂਦਾ। ਤੁਸੀਂ ਉਹਦੀ ਸ਼ਰਧਾ ਘੱਟ ਨਾ ਕਰੋ, ਆਪਣੇ ਕੰਮਾਂ ਨਾਲ ਉਸ ਨੂੰ ਵਧਾਓ। ਤੇ ਜਥੇਦਾਰ ਸਾਹਿਬ ਨੇ ਆਪਣੇ ਕੰਮਾਂ ਨਾਲ, ਆਪਣੀਆਂ ਗੱਲਾਂ ਨਾਲ ਉਹ ਸ਼ਰਧਾ ਘੱਟ ਕੀਤੀ ਆ। ਕਦੇ ਉਹ ਕਿਸੇ ਮੁੱਦੇ ਤੇ ਡਿਸਪਿਊਟਡ ਬਿਆਨ ਦਿੰਦੇ ਆ, ਕਦੇ ਕਿਸੇ ਮੁੱਦੇ ਤੇ ਕੰਟਰੋਵਰਸ਼ੀਅਲ ਸਟੇਟਮੈਂਟ ਦਿੰਦੇ ਆ। ਇਹ ਨਹੀਂ ਦੇਣਾ ਚਾਹੀਦਾ ਉਹਨਾਂ ਨੂੰ। ਔਰ ਜਿਸ ਤਰ੍ਹਾਂ ਹੁਣ ਆ ਦੇਖੋ ਈਵੀਐਮ ਦੇ ਮਾਮਲੇ 'ਚ ਬਈ ਜਦੋਂ ਸੁਖਬੀਰ ਸਿੰਘ ਬਾਦਲ ਸਾਡੇ ਨਾਲ ਸੀ, ਅਕਾਲੀ ਦਲ ਸਾਡੇ ਨਾਲ ਸੀ, ਉਦੋਂ ਤੁਸੀਂ ਬਿਆਨ ਕਿਉਂ ਨਹੀਂ ਦਿੱਤਾ ਜੀ? ਉਦੋਂ ਕਿਉਂ ਦਿੱਤਾ? ਅਸੀਂ ਜਦੋਂ ਰਾਜਸਥਾਨ 'ਚ ਹਾਰੇ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਛੱਤੀਸਗੜ੍ਹ ਬੀਜੇਪੀ ਹਾਰੀ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਮੱਧ ਪ੍ਰਦੇਸ਼ ਹਾਰੀ ਉਦੋਂ ਕਿਉਂ ਨਹੀਂ ਬਿਆਨ ਦਿੱਤਾ? ਜਦੋਂ ਮਹਾਰਾਸ਼ਟਰ ਹਾਰੀ ਕਿਉਂ ਨਹੀਂ ਬਿਆਨ ਦਿੱਤਾ? ਅੱਜ ਜਦੋਂ ਅਸੀਂ ਬਿਹਾਰ ਜਿੱਤੇ ਹਾਂ ਤੁਸੀਂ ਇਹ ਬਿਆਨ ਦਿੱਤਾ, ਫਿਰ ਨਾਲ ਕੀ ਕਹਿ ਰਹੇ ਆ ਕਿ ਆਉਣ ਵਾਲੇ 20 ਸਾਲ ਤੱਕ ਇਹਨਾਂ ਨੇ ਸਾਡੇ ਤੇ ਕਾਬਜ਼ ਰਹਿਣਾ, ਇਹ ਝੂਠ ਤੂਫਾਨ ਨਾਲ, ਇਹ ਡੈਮੋਕ੍ਰੇਸੀ ਨਹੀਂ ਹੈ, ਇਹ ਤਾਂ ਇੱਕ ਤਰ੍ਹਾਂ ਦਾ ਕਬਜ਼ਾ ਕਰ ਲਿਆ ਇਹਨਾਂ ਨੇ। ਹਾਂਜੀ। ਇਹ ਲੋਕਤੰਤਰ 'ਚ ਲੋਕਾਂ ਦਾ ਵਿਸ਼ਵਾਸ ਛਡਾਉਣਾ, ਡੈਮੋਕ੍ਰੈਟਿਕਲੀ ਇਲੈਕਟਡ ਪ੍ਰਾਈਮ ਮਿਨਿਸਟਰ ਨੂੰ, ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਨੂੰ ਅਪਮਾਨਿਤ ਕਰਨਾ, ਲੋਕਤੰਤਰ ਦਾ ਅਪਮਾਨ ਕਰਨਾ, ਲੋਕਤੰਤਰ ਦੇ ਅੰਦਰ ਸੰਵਿਧਾਨਿਕ ਸੰਸਥਾਵਾਂ ਦਾ ਅਪਮਾਨ ਕਰਨਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹ ਲੋਕਤੰਤਰ ਦੀ ਸੰਵਿਧਾਨਿਕ ਸੰਸਥਾ, ਔਰ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਕੰਮਾਂ ਕਰਕੇ ਪੂਰੀ ਦੁਨੀਆ ਉਹਨਾਂ ਨੂੰ ਸਲੂਟ ਕਰਦੀ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਉਹਨਾਂ ਦੇ ਬਾਰੇ ਕਿ ਠੀਕ ਚੋਣ ਨਹੀਂ ਹੈ, ਇਹ ਤਾਂ ਜ਼ਬਰਦਸਤੀ ਕਬਜ਼ਾ ਕਰਕੇ ਬੈਠੇ ਹੈ। ਔਰ ਮਿਨੋਰਟੀ ਲੀਡਰ ਤਾਂ ਇਦਾਂ ਦੇ ਬਿਆਨਬਾਜ਼ੀ ਸੁਖਬੀਰ ਸਿੰਘ ਬਾਦਲ ਦੀ, ਤਾਂ ਤੁਹਾਡੀ ਗੱਲ 'ਚ ਲੌਜਿਕ ਹੈਗਾ ਵੀ ਜਦੋਂ ਤੁਹਾਡੇ ਐਨਡੀਏ ਦੇ ਨਾਲ ਸੀ ਉਦੋਂ ਇਹਨਾਂ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਹੈਗਾ, ਪਰ ਅਕਾਲ ਤਖਤ ਦੇ ਜਥੇਦਾਰ ਦੇ ਮੂੰਹੋਂ ਇਦਾਂ ਦੀ ਗੱਲ, ਹੁਣ ਮੈਂ ਕਹਿਣੀ ਜਾਂ ਸੁਖਬੀਰ ਬਾਦਲ ਹੋਣਾ ਜਾਂ ਕਿਸੇ ਹੋਰ ਨੇ ਕਹਾਈ, ਉਹ ਕਿੰਨੀ ਕੁ ਮੰਦਭਾਗੀ ਤੁਹਾਨੂੰ ਲੱਗਦੀ ਹੈਗੀ ਹੈ? ਧਾਰਮਿਕ ਸ਼ਖਸੀਅਤ, ਉਹ ਵੀ ਜਿਹੜੀ ਸਭ ਤੋਂ ਉੱਚੀ ਸਾਡੀ ਧਾਰਮਿਕ ਸ਼ਖਸੀਅਤ ਹੈ। ਉਹ ਜਿਹੜਾ ਇੱਕ ਚੈਨਲ ਆ ਪੀਟੀਸੀ, ਉਹਦੇ ਤੇ ਅੱਜ ਉਹਨਾਂ ਨੇ ਮੇਰੇ ਦਫ਼ਤਰ ਤੇ ਹਮਲਾ ਹੁੰਦਾ ਹੋਇਆ ਲਾਈਵ ਦਿਖਾਇਆ, ਔਰ ਅਕਾਲੀ ਦਲ ਦੇ ਲੋਕ ਜੋ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ, ਉਹ ਗੁੰਡੇ, ਉਹ ਲਾਈਵ ਦਿਖਾਇਆ, ਠੀਕ ਹੈ, ਔਰ ਕਿਹਾ ਕਿ ਅਸੀਂ ਇਹਨਾਂ ਨੂੰ ਪੰਜਾਬ 'ਚ ਨਹੀਂ ਘੁੰਮਣ ਦਿਆਂਗੇ, ਇਹਨਾਂ ਨੂੰ ਆਹ ਕਰ ਦਿਆਂਗੇ। ਉਹ ਬੜੀ ਗਲਤਫਹਿਮੀ 'ਚ ਨੇ।
ਉਹ ਬੜੀ ਗਲਤਫਹਿਮੀ। ਮੈਂ ਉਹਨਾਂ ਨੂੰ ਇੱਥੋਂ ਤੁਹਾਡੇ ਤੁਹਾਡੇ ਮਾਧਿਅਮ ਨਾਲ ਮੈਸੇਜ ਭੇਜਦਾ ਕਿ ਜੋ ਤੁਹਾਡੀ ਹਿੰਮਤ ਹੋਵੇ ਕਰਕੇ ਦੇਖੋ। ਇਹ ਲੋਕਤੰਤਰ ਆ, ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਆ। ਇੱਥੇ ਕਿਸੇ ਪਰਿਵਾਰਾਂ ਦਾ ਕਬਜ਼ਾ ਨਹੀਂ ਹੋ ਸਕਦਾ, ਔਰ ਗਲਤੀ ਨਾਲ ਹੋਇਆ ਰਿਹਾ। ਹਾਂਜੀ ਹਾਂਜੀ ਹਾਂਜੀ, ਪਰ ਦੇਖੋ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਦਾ ਜੇ ਕਿਹਾ ਜਾਵੇ ਪਿਛਲੇ 15-20 ਸਾਲ ਤੋਂ ਲਗਾਤਾਰ ਉਹਨਾਂ ਤੇ ਵੀ ਜਿਹੜੇ ਹੈਗੇ ਈਵਨ ਸਿੱਖ ਬੁੱਧੀਜੀਵੀ ਉਹ ਇਲਜ਼ਾਮ ਦਿੰਦੇ ਵੀ ਇਹਨਾਂ ਨੇ ਉਹਦੇ ਤੇ ਕਬਜ਼ਾ ਕੀਤਾ ਹੈਗਾ। ਉਹਨਾਂ ਨੇ ਜਿਹੜੀਆਂ ਧਾਰਮਿਕ ਪਰੰਪਰਾਵਾਂ ਜਿਹੜੀਆਂ ਹੈਗੀਆਂ SCPC ਦੀਆਂ, ਈਵਨ ਜਥੇਦਾਰਾਂ ਦੇ ਮਾਮਲੇ 'ਚ ਤੁਹਾਨੂੰ ਪਤਾ ਹੈਗਾ, ਆਪਾਂ ਵਾਰ-ਵਾਰ ਗੱਲਾਂ ਰਿਪੀਟ ਕਰਦੇ ਚੰਗੇ ਨਹੀਂ ਲੱਗਦੇ ਹੈਗੇ, ਕਿਵੇਂ ਜਥੇਦਾਰਾਂ ਸਾਹਿਬ ਤੋਂ ਪਹਿਲਿਆਂ ਜਥੇਦਾਰਾਂ ਤੋਂ ਜ਼ਬਰਦਸਤੀ ਜਿਹੜਾ ਹੈਗਾ ਇਹਨਾਂ ਤੋਂ ਕੰਮ ਕਰਵਾਏ ਹੈਗੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਸ ਤਰ੍ਹਾਂ ਕਿ ਹੁਣ ਵੀ ਕਰਵਾ ਰਹੇ ਆ। ਉਹ ਹੁਣ ਵੀ ਜਥੇਦਾਰ ਸਾਹਿਬ ਉਹਨਾਂ ਦੇ ਹਿਸਾਬ ਨਾਲ ਹੀ ਕਰ ਰਹੇ ਆ। ਉਹ ਜੋ ਗੱਲ ਕਹਿੰਦੇ ਆ ਉਹੀ ਬੋਲਦੇ ਆ। ਔਰ ਜਿਸ ਤਰ੍ਹਾਂ ਦੀ ਹੁਣ ਅੱਜ ਦੇਖੋ, ਉਹ ਕਹਿੰਦੇ ਆ ਕਿ ਸਾਡੀ ਸਰਕਾਰ ਤੋਂ ਮਿਨੋਰਟੀਜ਼ ਨੂੰ ਖਤਰਾ। ਭਾਈ ਅੱਜ ਤੋਂ 2 ਮਹੀਨੇ ਦੇ ਅੰਦਰ ਅੰਦਰ ਤਾਂ ਖਤਰਾ ਨਹੀਂ ਹੋਇਆ। 2 ਮਹੀਨੇ ਪਹਿਲਾਂ ਬੀਬਾ ਹਰਸਿਮਰਤ ਮਿਨਿਸਟਰ ਸੀ, ਹਰ ਫੈਸਲੇ ਤੇ ਮੋਹਰ ਲਾਉਂਦੀ ਸੀ। NDA ਦਾ ਪਾਰਟ ਸੀ ਸ਼੍ਰੋਮਣੀ ਅਕਾਲੀ ਦਲ, ਹਰ ਫੈਸਲੇ ਤੇ ਮੋਹਰ ਲਾਉਂਦਾ ਸੀ, ਤੇ ਉਹਨਾਂ ਦਾ ਕੋਈ ਦੋਸ਼ ਹੀ ਨਹੀਂ ਹੈ। ਉਹਨਾਂ ਨੂੰ ਨਹੀਂ ਕਹਿ ਰਹੇ, ਸਾਨੂੰ ਕਹਿ ਰਹੇ। ਤਾਂ ਇੱਥੋਂ ਪਤਾ ਲੱਗਦਾ ਨਾ ਕੌਣ ਕਹਾ ਰਿਹਾ, ਕੌਣ ਬੋਲ ਰਿਹਾ, ਕਿਹਦੀ ਭਾਸ਼ਾ ਬੋਲ ਰਿਹਾ। ਔਰ ਉਸ ਤੋਂ ਬਾਅਦ ਅੱਜ ਫਿਰ ਮੈਨੂੰ ਧਮਕੀਆਂ ਦਵਾਤੀਆਂ, ਮੇਰੇ ਦਫ਼ਤਰ ਤੇ ਹਮਲਾ ਕਰਵਾਤਾ ਰਾਜਪੁਰੇ ਦੇ ਅੰਦਰ। ਚਲੋ ਜੇ ਆਪਾਂ ਪੋਲਿਟਿਕਸ ਨੂੰ ਥੋੜਾ ਜਿਹਾ ਦੇਖਿਆ ਜਾਵੇ, ਚਲੋ ਜਥੇਦਾਰ ਸਾਹਿਬ ਨੇ ਜੋ ਵੀ ਬਿਆਨ ਦਿੱਤੇ ਜਾਂ ਦਵਾਏ ਹੈਗੇ ਉਹਨਾਂ ਨੇ ਇੱਕ ਸਾਈਡ ਤੇ ਰੱਖ ਲੈਣੇ ਹੈਗੇ ਆ। ਇਹ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਉਹ ਬਿਆਨ ਆ, ਇਹਨਾਂ ਨੂੰ ਪੰਜਾਬ ਦੇ ਵੋਟਰਾਂ ਚੋਂ ਕੁਝ ਜ਼ਿਆਦਾ ਪੋਲੀਟੀਕਲ ਬੈਨੀਫਿਟ ਇਦਾਂ ਦੇ ਬਿਆਨਾਂ ਤੇ ਮਿਲੇਗਾ ਕਿ ਜਾਂ ਨਹੀਂ ਮਿਲੇਗਾ? ਵੋਟਰ ਸਿਆਣੇ ਨਹੀਂ ਤੁਹਾਡੇ ਹਿਸਾਬ ਨਾਲ ਅੱਜ ਕੱਲ? ਉਹ ਤਾਂ BJP ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਨੂੰ ਲੱਗਦਾ ਕਿ BJP ਬੱਚੂ ਪਾਰਟੀ ਆ, ਇਹਨੂੰ ਡਰਾ ਲਓ ਪੰਜਾਬ 'ਚ। ਉਹਨੂੰ ਇਹ ਨਹੀਂ ਪਤਾ ਕਿ BJP ਐਤਕੀ ਸਿੱਖ ਡਾ ਕੇ ਆਊਗੀ ਸਿੱਧਾ। ਇਹ ਨਹੀਂ ਜਾਣਕਾਰੀ ਹੈ। ਤੇ ਇਸ ਕਰਕੇ ਇਹ ਗੱਲਾਂ ਉਹਨਾਂ ਨੂੰ ਨਹੀਂ ਕਰਨੀਆਂ। ਡੈਮੋਕ੍ਰੇਸੀ 'ਚ ਹਰ ਕਿਸੇ ਨੂੰ ਚੁਣਾਵ ਲੜਨ ਦਾ ਅਧਿਕਾਰ ਆ। ਹਰ ਜਿੱਤ ਹਾਰ ਵੀ ਹੁੰਦੀ ਹੈ, ਜਿੱਤ ਵੀ ਹੁੰਦੀ ਹੈ, ਹਾਰ ਵੀ ਹੁੰਦੀ ਹੈ। ਕੀ ਅੰਤਰ ਹੈ? ਕਿਉਂ ਇੰਨਾ ਬੁਖਲਾ ਗਏ? ਕਿਉਂਕਿ ਆਪਣੇ ਪਰਿਵਾਰ ਦਾ ਕਬਜ਼ਾ ਰੱਖਣਾ ਚਾਹੁੰਦੇ ਆ। ਇਹ ਪਰਿਵਾਰਾਂ ਦੇ ਕਬਜ਼ੇ ਜਿਹੜੇ ਆ, ਇਹ ਸੂਬੇ ਦਾ ਭਲਾ ਨਹੀਂ ਹੋਣ ਦਿੰਦੇ, ਦੇਸ਼ ਦੀ ਜਨਤਾ ਦਾ ਭਲਾ ਨਹੀਂ ਹੋਣ ਦਿੰਦੇ, ਸੂਬੇ ਦਾ ਵਿਕਾਸ ਨਹੀਂ ਹੋਣ ਦਿੰਦੇ। ਤੇ ਜਥੇਦਾਰ ਸਾਹਿਬ ਵੀ ਉਹ ਕਬਜ਼ਾ ਜਾਰੀ ਰੱਖਣਾ ਚਾਹੁੰਦੇ ਆ। ਹੁਣ ਤੁਸੀਂ ਦੇਖੋ, ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ, ਜਦੋਂ 100 ਸਾਲ ਤੇ ਕੀਤੀ ਹੈ। ਅਕਾਲੀ ਦਲ ਕਿੰਨੇ ਆ ਜੀ? 10-11 ਅਕਾਲੀ ਦਲ ਨੇ। ਉਹ ਉਹਦੇ 'ਚ ਵੀ ਸਿੱਖ ਨੇ। ਅੱਛਾ, BJP 'ਚ ਵੀ ਸਿੱਖ ਹੈਗੇ ਆ, ਆਮ ਆਦਮੀ ਪਾਰਟੀ 'ਚ ਵੀ ਸਿੱਖ ਹੈਗੇ ਆ, ਕਾਂਗਰਸ 'ਚ ਵੀ ਸਿੱਖ ਹੈਗੇ ਆ, ਔਰ ਇਹਨਾਂ ਪਾਰਟੀਆਂ ਤੋਂ ਬਿਨਾਂ ਵੀ ਸਿੱਖ ਨੇ। ਜਥੇਦਾਰ ਸਾਹਿਬ ਦੇ ਤਾਂ ਸਾਰੇ ਹੀ ਸਿੱਖ ਨੇ। ਜਥੇਦਾਰ ਸਾਹਿਬ ਨੂੰ ਇੱਕ ਅਕਾਲੀ ਦਲ ਦੀ ਗੱਲ ਕਰਨਾ, ਇੱਕ ਉਸ ਪਰਿਵਾਰ ਦੀ ਗੱਲ ਕਰਨਾ, ਉਹਨਾਂ ਦਾ ਕਬਜ਼ਾ ਸਥਾਪਿਤ ਰੱਖਣ ਦੀ ਗੱਲ ਕਰਨਾ, ਇਹ ਕਿੰਨੀ ਚੰਗੀ ਗੱਲ ਆ। ਜੇ ਇਹ ਬੋਲਦੇ ਆ ਤਾਂ ਉਹਨਾਂ ਦੇ ਗੁੰਡੇ ਕਹਿੰਦੇ ਆ ਸੁਖਬੀਰ ਦੇ ਕਿ ਤੈਨੂੰ ਜਾਨ ਤੋਂ ਮਾਰ ਦਿਆਂਗੇ। ਆ ਜਾਓ ਬਈ, ਦੇਖ ਲਓ, ਮੈਂ ਤਾਂ ਚੈਲੰਜ ਕਰਦਾ, ਆ ਜਾਓ। ਹਾਂ, ਇਹ ਕੋਈ ਗੱਲ ਆ? ਗਰੇਵਾਲ ਸਾਹਿਬ, ਤੁਸੀਂ ਵੀ ਬੜੇ ਦੇਖੋ ਦੁਨੀਆ ਦੇਖੀ, ਬੜੇ ਸੀਨੀਅਰ ਲੀਡਰ ਰਹੇ ਹੋ, ਅਜੇ ਵੀ ਪਤਾ ਨਹੀਂ ਕਿਹੜੇ ਕਿਹੜੇ ਫੇਜ਼ਾਂ ਦੇ ਵਿੱਚੋਂ ਨਿਕਲੇ। ਇਦਾਂ ਦੀਆਂ ਪੋਲੀਟੀਕਲ ਇਨਸੀਡੈਂਸਿਸ ਹੁੰਦੀਆਂ ਰਹਿੰਦੀਆਂ, ਕੋਈ ਇਹਦੇ ਤੇ ਬਹੁਤਾ ਇਦਾਂ ਦਾ ਕੋਈ ਘਬਰਾਉਣ ਦੀ ਲੋੜ ਨਹੀਂ। ਪਰ ਇੱਕ ਦੋ ਗੱਲਾਂ ਜਿਹੜਾ ਪੋਲੀਟੀਕਲੀ ਤੁਸੀਂ ਦੇਖੋ, ਜਿਹੜਾ ਸਿੱਖ ਆ ਉਹ ਚਾਹੇ BJP 'ਚ ਹੋਵੇ, ਚਾਹੇ ਆਮ ਆਦਮੀ ਪਾਰਟੀ 'ਚ ਹੋਵੇ, ਚਾਹੇ ਕਾਂਗਰਸ 'ਚ ਹੋਵੇ, ਪਰ ਉਹਦੀਆਂ ਬੀਇੰਗ ਸਿੱਖ ਅਕਾਲ ਤਖਤ ਪ੍ਰਤੀ ਹੋਰ ਭਾਵਨਾਵਾਂ ਹੈਗੀਆਂ, ਬੜੀਆਂ ਅੱਛੀਆਂ ਧਾਰਮਿਕ ਭਾਵਨਾ ਹੈਗੀਆਂ। ਤੇ ਜਦੋਂ ਕੋਈ ਸਿੱਖ ਬੰਦਾ ਮੰਨ ਲਓ ਭਲ ਕੇ ਮੈਂ ਹੀ BJP ਜੁਆਇਨ ਕਰਾਂਗੇ, ਤਾਂ ਮੇਰੇ ਤੇ ਤਰ੍ਹਾਂ ਤਰ੍ਹਾਂ ਦੇ ਲੇਬਲ ਬੀਇੰਗ ਸਿੱਖ ਲੱਗਣੇ ਸ਼ੁਰੂ ਹੋ ਜਾਂਦੇ ਹੈਗੇ, ਖਾਸ ਤੌਰ ਤੇ ਜਿਹੜੇ BJP 'ਚ ਜਾਂਦੇ ਹੈਗੇ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਐਸਾ ਕੁਛ ਨਹੀਂ ਜੀ। ਇਹ ਜਾਣ ਬੁੱਝ ਕੇ BJP ਦੀ ਤਾਕਤ ਨੂੰ ਲੋਕ ਸਮਝਦੇ ਆ। ਉਹਨਾਂ ਨੂੰ ਪਤਾ ਕਿ ਪੰਜਾਬ 'ਚ ਹੁਣ ਜਦੋਂ ਇਹ ਇਕੱਲੇ ਆ ਗਏ ਤੇ ਇਹਨਾਂ ਨੇ ਮੈਦਾਨ ਮਾਰ ਲੈਣਾ। ਉਹ BJP ਦੀ ਕੰਮ ਕਰਨ ਦੇ ਤਰੀਕੇ ਨੂੰ ਵੀ ਸਮਝਦੇ ਆ, ਤੇ ਇਸ ਕਰਕੇ ਉਹ ਪਹਿਲਾਂ ਹੀ ਇਸ ਚੀਜ਼ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਪਿਛਲੇ 32 ਸਾਲ ਤੋਂ ਆ BJP 'ਚ ਕੰਮ ਕਰਦਾ, ਮੈਨੂੰ ਤਾਂ ਕੋਈ ਕਮੀ ਜਾਂ ਖਰਾਬੀ ਲੱਗੀ ਨਹੀਂ ਹੈ। ਤੇ ਇਹਨਾਂ ਨੂੰ ਕੀ ਖਰਾਬੀ ਲੱਗਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦਾ। ਔਰ ਇਹ ਮੇਰੇ ਪਿੱਛੇ ਕਿਉਂ ਪਏ ਹੋਏ ਆ ਇਹ ਵੀ ਮੈਨੂੰ ਸਮਝ ਨਹੀਂ ਆਇਆ। ਤੇ ਇਸ ਕਰਕੇ ਇਹ ਜਾਣ ਬੁੱਝ ਕੇ ਸਾਰੇ ਕੰਮ ਕਰਦੇ ਆ, ਬਦਨਾਮ ਕਰਨ ਲਈ ਕਰਦੇ ਆ। ਹੁਣ ਇਹ ਰੋਕ ਨਹੀਂ ਸਕਦੇ। ਹੁਣ ਸਿੱਖ ਵੀ BJP ਨਾਲ ਜੁੜਨਗੇ, ਬਹੁਤ ਤਾਦਾਦ 'ਚ ਜੁੜਨਗੇ, ਅੱਜ ਵੀ ਜੁੜੇ ਹੋਏ ਆ। ਤੇ ਇਹਨਾਂ ਨੂੰ ਬੜੀ ਗਲਤਫਹਿਮੀ ਹੈ। ਇੱਕ ਵਹਿਮ ਜਿਹੜਾ ਵੀ TV ਤੇ ਬੈਠੂਗਾ, ਸਿੱਖ ਬੜੇ ਘੱਟ ਆ। ਮੈਂ ਕਿਹਾ ਘੱਟ ਕਿੱਥੇ ਆ? ਉਹ ਘਰਾਂ 'ਚ ਬੈਠੇ ਹੋਏ ਆ। ਜਦੋਂ ਬਾਦਲਾਂ ਦੀ ਜਿੰਦਾਬਾਦ ਸਾਡੇ ਕੋਲੋਂ ਕਰਾਉਣੀ ਆ, ਅਕਾਲੀ ਦਲ ਦੀ ਜਿੰਦਾਬਾਦ ਕਰਾਉਣੀ ਆ, ਸਿੱਖ ਕਿਉਂ ਆਉਣਗੇ ਜੀ? ਹੁਣ ਜਦੋਂ BJP ਦੀ ਜਿੰਦਾਬਾਦ ਕਰਨੀ ਆ, ਆਪਦਾ ਝੰਡਾ, ਆਪਦਾ ਡੰਡਾ, ਹੁਣ ਸਾਰੇ ਆਉਣਗੇ, ਆਪਦਾ ਵਿਚਾਰ। ਤੇ ਅਕਾਲੀ ਦਲ ਦੇ ਵਿਚਾਰ ਤਾਂ
ਸਾਡੇ ਪਤਾ ਕੀ ਹੋਇਆ ਜੀ, ਜਿੰਨੇ ਡੈਮੋਕ੍ਰੈਟਿਕ ਸੈਟਅਪ 'ਚ ਹਰ ਬੰਦੇ ਨੂੰ ਹਰ ਪਾਰਟੀ ਜੁਆਇਨ ਕਰਨ ਦੀ ਖੁੱਲ੍ਹ ਹੁੰਦੀ ਹੈ। ਮੰਨ ਲਓ ਮੇਰੀ ਬੀਜੇਪੀ ਦੀ ਪਾਰਟੀ ਦੀ ਵਿਚਾਰਧਾਰਾ ਹੈਗੀ, ਜਾਂ ਆਮ ਆਦਮੀ ਦੀ, ਜਾਂ ਕੋਈ ਹੋਰ ਦੀ, ਜਾਂ ਮੈਂ ਇੰਡੀਪੈਂਡੈਂਟ ਆਪਣੀ ਕੋਈ ਸੋਚ ਰੱਖਣਾ ਚਾਹੁੰਦਾ, ਮੈਂ ਅੱਗੇ ਵਧਾਉਣਾ ਚਾਹੁੰਦਾ, ਮੈਨੂੰ ਇਜਾਜ਼ਤ ਹੈਗੀ ਆ। ਪਰ ਤੁਸੀਂ ਮੈਨੂੰ ਹੁਣ ਦੱਸੋ, ਦੇਖੋ ਸ਼੍ਰੋਮਣੀ ਅਕਾਲੀ ਦਲ ਤਾਂ ਇਹੋ ਅਲੱਗ ਹੈਗਾ, ਪੱਕਾ ਹੈਗਾ। ਇਹ ਮੇਰੇ ਖਿਆਲ ਕੋਈ ਮੁੜ ਕੇ ਇਹਦੇ ਵਿੱਚ ਤੁਹਾਡੇ ਵਿੱਚ ਰਲਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ ਹੈਗੀ। ਹੁਣ ਤੁਸੀਂ ਇਹ ਕੀਤਾ ਹੈਗਾ ਵੀ 117 ਸੀਟਾਂ ਤੇ ਅਸੀਂ ਪੂਰਾ ਜਿਹੜਾ ਹੈਗਾ ਡਟ ਕੇ ਚੋਣ ਲੜਾਂਗੇ। ਤੇ ਹੁਣ ਫਿਰ ਨੱਚਣ ਲਈ ਤੁਹਾਨੂੰ ਆਰਗੇਨਾਈਜੇਸ਼ਨ ਸੈਟਅਪ, ਖਾਸ ਤੌਰ ਤੇ ਸ਼ਹਿਰਾਂ ਵਿੱਚ ਤਾਂ ਆਲਰੇਡੀ ਤੁਹਾਡਾ ਬੇਸ ਠੀਕ ਹੈਗਾ, ਕੋਈ ਪ੍ਰੋਬਲਮ ਨਹੀਂ ਹਰ ਸ਼ਹਿਰ ਵਿੱਚ। ਲੇਕਿਨ ਪਿੰਡਾਂ ਵਿੱਚ ਜਿਹੜਾ ਬੇਸ ਆ ਉਹ ਬਹੁਤ ਥੋੜਾ ਹੈਗਾ ਜੇ। ਉਹ ਪਿੰਡਾਂ ਵਿੱਚ ਬੇਸ ਵਧਾਉਣ ਲਈ ਕੀ ਕੁਛ ਕਦਮ ਤੁਸੀਂ ਪੁੱਟੋਗੇ? ਦੇਖੋ, ਇੱਕ ਤਾਂ ਮੈਂ ਤੁਹਾਨੂੰ ਦੱਸਾਂ ਪਿੰਡਾਂ 'ਚ ਬੇਸ ਕਿਉਂ ਨਹੀਂ ਬਣਿਆ। ਇਲੈਕਟਰਲ ਪੋਲਿਟਿਕਸ 'ਚ ਜਦੋਂ ਤੁਸੀਂ ਚੁਣਾव 'ਚ ਨਹੀਂ ਜਾਂਦੇ, ਹੁਣ 200 ਕਿਲੋਮੀਟਰ ਦਾ ਮਾਲਵੇ ਦਾ ਇਲਾਕਾ ਸਾਡਾ ਖਾਲੀ ਪਿਆ ਸੀ, ਅਸੀਂ ਕੋਈ ਸੀਟ ਨਹੀਂ ਲੜਦੇ ਸੀ। 3 ਸੀਟਾਂ ਲੋਕ ਸਭਾ ਦੀਆਂ ਅਸੀਂ ਇੱਕੋ ਸਾਈਡ ਦੀਆਂ ਲੜਦੇ ਸੀ। ਜਿਓਗ੍ਰਾਫਿਕਲੀ ਅਸੀਂ ਕਿਸ ਤਰ੍ਹਾਂ ਆਪਣਾ ਆਧਾਰ ਵਧਾ ਸਕਦੇ ਹਾਂ। ਔਰ ਦੂਸਰੀ ਗੱਲ, ਜਿਹੜੇ ਕਹਿੰਦੇ ਸਿੱਖ ਨਹੀਂ ਹੈ, ਸਿੱਖ ਹੈਗੇ ਆ, ਪਿੰਡਾਂ 'ਚ ਵੀ ਬੈਠੇ ਆ, ਪਰ ਉਹ ਆਪਦੇ ਘਰਾਂ 'ਚ ਬੈਠੇ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਹੁੰਦੀ ਸੀ, ਉਹ ਸਾਨੂੰ ਜ਼ਿਆਦਾ ਤੰਗ ਕਰਦੇ ਸੀ, ਜ਼ਿਆਦਾ ਸਾਨੂੰ ਮੁਕੱਦਮੇ ਝੂਠੇ ਬਣਾਉਣੇ, ਝੂਠੀਆਂ ਜਾਂਚ ਚਲਾ ਦੇਣੀਆਂ, ਝੂਠੀਆਂ ਗੱਲਾਂ ਕਰਨੀਆਂ, ਪਰੇਸ਼ਾਨ ਕਰਨਾ। ਇਸ ਕਰਕੇ ਉਹ ਲੋਕ ਨਹੀਂ ਲੱਗੇ ਸੀ। ਦੂਸਰਾ, ਜਦੋਂ ਤੁਸੀਂ ਸੋਸ਼ਲ ਇਕੁਏਸ਼ਨਸ ਦੇਖਣੀਆਂ ਪੈਂਦੀਆਂ ਪੋਲੀਟੀਕਲ ਪਾਰਟੀ ਦੇ ਅੰਦਰ। ਇਹ ਪ੍ਰਦੇਸ਼ ਦਲਿਤ ਦਾ ਪ੍ਰਦੇਸ਼ ਆ, ਇਹ ਪ੍ਰਦੇਸ਼ ਸਿੱਖ ਦਾ ਪ੍ਰਦੇਸ਼ ਆ, ਇਹ ਪ੍ਰਦੇਸ਼ ਕਿਸਾਨ ਦਾ ਪ੍ਰਦੇਸ਼ ਆ। ਉਹ ਲੀਡਰਸ਼ਿਪ ਨੂੰ ਅੱਗੇ ਨਹੀਂ ਲੈ ਕੇ ਆਉਂਗੇ, ਕਿਸ ਤਰ੍ਹਾਂ ਕੰਮ ਚੱਲੇਗਾ? ਔਰ ਉਹ ਲੀਡਰਸ਼ਿਪ ਜਿਹਦੀ ਮਾਨਤਾ ਹੋਵੇ ਲੋਕਾਂ 'ਚ, ਉਹਨੂੰ ਨਹੀਂ ਲੈ ਕੇ ਆਉਂਗੇ, ਕਿੱਦਾਂ ਕੰਮ ਚੱਲੇਗਾ? ਇਸ ਕਰਕੇ ਇਹ ਅਸੀਂ ਕਰ ਨਹੀਂ ਪਾਏ। ਇਹ ਬਿਕੋਜ਼ ਆਫ ਕਿ ਅਸੀਂ ਸਾਰੀਆਂ ਸੀਟਾਂ ਨਹੀਂ ਲੜਦੇ ਸੀ, ਤੇ ਹੁਣ ਅਸੀਂ ਸਾਰੀਆਂ 117 ਸੀਟਾਂ ਲੜਨੀਆਂ ਨੇ, ਹੁਣ ਅਸੀਂ ਕਰ ਲਾਂਗੇ, ਹੋ ਜਾਣਾ। ਪਰ ਗਰੇਵਾਲ ਸਾਹਿਬ ਦੇਖੋ, ਟਾਈਮ ਲਗਭਗ ਥੋੜਾ ਰਹਿ ਗਿਆ, ਕਾਫੀ ਮੇਰੇ ਖਿਆਲ ਸਾਲ ਕੁ ਰਹਿ ਗਿਆ, ਮਤਲਬ ਸਾਲ ਤੋਂ ਵੱਧ ਸਾਲ। ਐਡੇ ਵੱਡੇ ਪੰਜਾਬ ਵਿੱਚ ਆਰਗੇਨਾਈਜੇਸ਼ਨ ਸੈਟਅਪ ਕਰਨੀ, ਲੋਕੀ ਵੈਸੇ ਤਾਂ ਜੇ ਆਪਾਂ ਜੇ ਮੈਂ ਨਿਊਟਰਲ ਗੱਲ ਕਰਾਂ, ਰੈਸ਼ਨਲ ਗੱਲ ਕਰਾਂ, ਅਕਾਲੀ ਦਲ ਤੋਂ ਵੀ ਤੁਹਾਨੂੰ ਪਤਾ ਬੇਅਦਬੀਆਂ ਕਰਕੇ ਬਹੁਤ ਲੋਕੀ ਅੰਦਰੋਂ ਦੁਖੀ ਆ, ਟੁੱਟੇ ਉਹ ਵੀ ਹੈਗੇ, ਕੁਝ ਟੁੱਟਣਾ ਵੀ ਚਾਹੁੰਦੇ। ਕਾਂਗਰਸ ਦੀ ਵੀ ਐਂਟੀ ਇਨਕੰਬੈਂਸੀ ਬਹੁਤ ਹੈਗੀ, ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ। ਆਮ ਆਦਮੀ ਪਾਰਟੀ ਵੀ ਉਹ ਜੋ ਸ਼ੁਰੂ ਵਿੱਚ ਸੀ ਉਨੀ ਹੈ ਨਹੀਂ, ਉਹ ਵੀ ਅਜੇ ਮਤਲਬ ਡਿਸਇੰਟੈਗਰੇਟਿਡ ਜਿਹੀ ਪਾਰਟੀ ਹੈਗੀ ਆ। ਫਿਰ ਇਹਨਾਂ ਸਾਰਿਆਂ ਵਿੱਚੋਂ ਵੋਟ ਬੈਂਕ ਆਪਣੇ ਨਾਲ ਤੁਸੀਂ ਕਿਵੇਂ, ਕਿਹੜੀ ਸਟ੍ਰੈਟਜੀ ਨਾਲ ਜੋੜੋਗੇ? ਇਸ ਤਰ੍ਹਾਂ ਜੀ, ਸਾਡੀ 23 ਲੱਖ ਮੈਂਬਰਸ਼ਿਪ ਆ, ਸਾਰੇ ਸਾਡੇ ਮੰਡਲ ਗਠਿਤ ਆ, ਬੂਥ ਕਮੇਟੀ 23 ਲੱਖ ਦੀ ਮੈਂਬਰਸ਼ਿਪ ਹੈ? ਅੱਛਾ ਜੀ। ਹਾਂਜੀ ਹਾਂਜੀ, ਪੰਜਾਬ 'ਚ। ਤੇ ਹੁਣ ਅਸੀਂ ਸਾਡੀ ਮੈਂਬਰਸ਼ਿਪ 1 ਕਰੋੜ ਤੋਂ ਉੱਪਰ ਚਲੀ ਜਾਣੀ ਹੈ। ਔਰ ਸਾਡੀ ਜਿਹੜੀ ਬੀਜੇਪੀ ਦੀ ਮੈਂਬਰਸ਼ਿਪ ਹੁੰਦੀ ਹੈ ਉਹ ਜੈਨੂਅਨ ਹੁੰਦੀ ਹੈ। ਅਸੀਂ ਦੂਸਰੇ ਦਲਾਂ ਦੀ ਤਰ੍ਹਾਂ ਕਾਪੀਆਂ ਏਦਾਂ ਨਹੀਂ ਭਰਦੇ। ਹਾਂਜੀ। ਤੇ ਇਸ ਕਰਕੇ ਉਹ ਮੈਂਬਰਸ਼ਿਪ ਦਾ ਆਧਾਰ ਸਾਡਾ ਹਰ ਵਰਗ ਦੇ ਅੰਦਰੋਂ ਮੈਂਬਰਸ਼ਿਪ, ਔਰ ਹਰ ਬੂਥ ਦੇ ਉੱਪਰ ਸਾਡੀ ਕਮੇਟੀ। 23,000 ਬੂਥ ਨੇ ਪੰਜਾਬ ਦੇ, 23,000 ਦੇ 23,000 ਬੂਥ ਕਮੇਟੀਆਂ ਸਾਡੀਆਂ ਗਠਨ ਹੋਣ ਜਾ ਰਿਹਾ। ਤੇ ਉਹ ਸਭ ਕਰਕੇ ਅਸੀਂ ਜਦੋਂ ਸਿਰ ਦਾ ਸਾਈਂ ਨਾ ਹੋਵੇ, ਫਿਰ ਉਹ ਕਾਰਜਕਰਤਾ ਨਹੀਂ ਬਚਦੇ ਹੁੰਦੇ। ਸਿਰ ਦੇ ਸਾਈਂ ਵੀ ਹੁਣ 117 ਹੋਣਗੇ ਨਾ, ਅਸੀਂ ਬਰਾਬਰ ਲੜਾਈ ਲੜਾਂਗੇ, ਕੋਈ ਐਸੀ ਗੱਲ ਨਹੀਂ। ਆਉਣ ਵਾਲਾ ਟਾਈਮ ਫਿਰ ਸਾਡੀ ਲੀਡਰਸ਼ਿਪ ਦੁਨੀਆ ਦੀ ਸਭ ਤੋਂ ਬਿਹਤਰੀਨ ਲੀਡਰਸ਼ਿਪ ਸਾਡੇ ਕੋਲ ਹੈ, ਮੋਦੀ ਜੀ ਦੀ। ਸਾਡਾ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਇਹ ਗੁਰੂ ਨਾਨਕ ਦੇਵ ਦਾ ਹੀ ਵਿਚਾਰ ਆ, ਸਰਬੱਤ ਦੇ ਭਲੇ ਦੀ ਗੱਲ ਆ। ਔਰ ਬੀਜੇਪੀ ਦਾ ਜੋ ਯੁੱਗ ਪੁਰਸ਼ ਦੀਨ ਦਿਆਲ ਉਪਾਧਿਆਏ ਜੀ ਨੇ ਵਿਚਾਰ ਦਿੱਤਾ, ਏਕਾਤਮ ਮਾਨਵ ਦਰਸ਼ਨ, ਕਿ ਜਿਹੜਾ ਆਖਰੀ ਸ਼ੌਰ ਤੇ ਵਿਅਕਤੀ ਬੈਠਾ, ਆਖਰੀ ਵਿਅਕਤੀ ਹੈ ਜਿਹਦੇ ਸਿਰ ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਜਦੋਂ ਤੱਕ ਉਹਦਾ ਭਲਾ ਨਹੀਂ ਹੋਏਗਾ, ਉਦੋਂ ਤੱਕ ਦੇਸ਼ ਦਾ, ਸਮਾਜ ਦਾ, ਪ੍ਰਦੇਸ਼ ਦਾ ਭਲਾ ਨਹੀਂ ਹੋ ਸਕਦਾ। ਉਸ ਦੇ ਲਈ ਭਾਜਪਾ ਕੰਮ ਕਰਦੀ। ਜਦੋਂ ਪੰਜਾਬ 'ਚ ਵੀ ਅਸੀਂ ਕੰਮ ਕਰਾਂਗੇ, ਪੰਜਾਬ 'ਚ ਸਾਨੂੰ ਸਮਰਥਨ ਮਿਲੇਗਾ, ਔਰ ਬੜਾ ਤਕੜਾ ਮਿਲੇਗਾ ਇਸ ਵਾਰ। ਇਸੇ ਗੱਲ ਦਾ ਡਰ ਆ ਸ਼੍ਰੋਮਣੀ ਅਕਾਲੀ ਦਲ ਨੂੰ ਵੀ, ਇਹੀ ਡਰ ਆ, ਤੇ ਜਥੇਦਾਰ ਸਾਹਿਬ ਵੀ ਸ਼੍ਰੋਮਣੀ ਅਕਾਲੀ ਦਲ ਵਾਲੇ ਡਰ ਨਾਲ ਹੀ ਸ਼ਾਇਦ ਇਸੇ ਕਰਕੇ ਉਹਨਾਂ ਨੇ ਇੰਨਾ ਡਾਇਰੈਕਟ ਸਟੇਟਮੈਂਟ ਦਿੱਤੀ ਆ। ਪਰ ਇੱਕ ਦੋ ਹੁਣ ਆਪਾਂ ਜਿਹੜੀਆਂ ਸਿੱਧੀਆਂ ਗੱਲਾਂ ਵੀ ਕਰੀਏ, ਦੇਖੋ ਕਿਸਾਨੀ ਸੰਘਰਸ਼ ਨਾ ਹੁੰਦਾ, ਤੁਹਾਨੂੰ ਪੋਲੀਟੀਕਲ ਬੈਨੀਫਿਟ ਮਿਲ ਸਕਦਾ ਸੀ, ਬਹੁਤ ਸਾਰੇ ਲੋਕ ਕਿਸਾਨ ਵੀ ਤੁਹਾਡੀ ਪਾਰਟੀ ਜੁਆਇਨ ਕਰ ਸਕਦੇ ਸੀ। ਅਨਫੋਰਚੂਨੇਟਲੀ ਇਹ ਹੁਣ ਤੁਹਾਨੂੰ ਪਤਾ ਸਰਕਾਰ ਵਿੱਚ ਤੇ ਕਿਸਾਨਾਂ ਵਿੱਚ ਇਹ ਜਿਹੜੇ ਖੇਤੀ ਕਾਨੂੰਨਾਂ ਨੂੰ ਲੈ ਕੇ ਬੜਾ ਵੱਡਾ ਰੇੜਕਾ ਬਣਿਆ ਹੈਗਾ। ਇਹ ਜਿੰਨੀ ਦੇਰ ਤਾਈਂ ਇਹੋ ਸੋਲਵ ਨਹੀਂ ਹੁੰਦਾ ਹੈਗਾ, ਇਹਦੇ ਐਟਲੀਸਟ ਐਮੀਕੇਬਲੀ ਇਹੋ ਸੋਲਵ ਹੋ ਜਾਵੇ, ਇਹਦਾ ਜੋ ਕਿਸਾਨ ਚਾਹੁੰਦੇ ਹੈਗੇ ਉਹਨਾਂ ਦੀ ਤਸੱਲੀ ਹੋ ਜਾਵੇ, ਸਰਕਾਰ ਦਾ ਕੀ ਵਿਊ ਪੁਆਇੰਟ,
ਇਹ ਕੋਈ ਕਾਮਨ ਕੰਸੈਂਸਸ ਨਹੀਂ ਹੋ ਸਕਦਾ ਇਹਦੇ ਬਾਰੇ? ਦੇਖੋ, ਕਿਸਾਨਾਂ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਹਾਂਜੀ ਗੱਲ ਖਤਮ ਹੋ ਜਾਣੀ ਹੈ। ਪਹਿਲੀ ਮੀਟਿੰਗ ਹੋਈ ਹੈ ਸਾਡੀ, ਔਰ ਉਸ ਤੋਂ ਬਾਅਦ ਅਗਲੀ ਵੀ ਹੋ ਜਾਣੀ ਹੈ, ਔਰ ਇਹ 2-4 ਮੀਟਿੰਗਾਂ ਦੇ ਅੰਦਰ ਸਾਰੀ ਗੱਲ ਖਤਮ ਹੋ ਜਾਣੀ ਹੈ। ਮਤਲਬ ਕਿਉਂਕਿ 2-4 ਮੀਟਿੰਗਾਂ ਵਿੱਚ ਇਹ ਮੁੱਦੇ ਸੁਲਝਾ ਲਏ ਜਾਣਗੇ। ਸੁਲਝਾ ਲਏ ਜਾਣਗੇ, ਕੋਈ ਐਸੀ ਗੱਲ ਨਹੀਂ। ਇਹ ਮੁੱਦੇ ਤਾਂ ਕਾਂਗਰਸ ਨੇ ਵਿਗਾੜੇ ਹੋਏ ਆ, ਪੰਜਾਬ ਦੀ ਸਰਕਾਰ ਨੇ। ਟ੍ਰੇਨਾਂ ਤਾਂ ਹੁਣ ਤੱਕ ਚੱਲ ਜਾਣੀਆਂ ਸੀ, ਪੰਜਾਬ ਦੀ ਸਰਕਾਰ ਨੇ ਟ੍ਰੇਨਾਂ ਦੇ ਲਈ ਗ੍ਰੀਨ ਸਿਗਨਲ ਦੇਣਾ, ਉੱਦਾਂ ਹੀ ਨਹੀਂ ਰਹੇ। ਤੇ ਉਹਦੇ 'ਚ ਇਹ ਚਲਾ ਦਿਓ, ਸਿਲੈਕਟਿਵ ਚਲਾ ਦਿਓ, ਆਹ ਚਲਾ ਦਿਓ, ਤੇ ਕਿਸਾਨ ਨਹੀਂ ਉਹਨਾਂ ਕਹਿ ਰਹੇ ਜਿੰਨਾ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ, ਪਰਫਾਰਮ ਹੀ ਨਹੀਂ ਕਰ ਪਾ ਰਹੇ। ਇਸ ਕਰਕੇ ਇਹ ਸਾਰਾ ਕੁਝ ਠੀਕ ਹੋ ਜਾਣਾ, ਸਾਰਾ ਦਰੁਸਤ ਹੋ ਜਾਣਾ। ਇਹ ਜਿਹੜੇ ਲੋਕ ਝੂਠੀਆਂ ਗੱਲਾਂ ਕਰਦੇ ਨੇ, ਇਹ ਵੀ ਨਾਕਾਮ ਹੋਣਗੇ, ਫੇਲ ਹੋਣਗੇ। ਨਹੀਂ, ਤੁਸੀਂ ਕੀ ਸੋਚਦੇ ਹੋ ਜਿਹੜੇ ਖੇਤੀ ਬਿੱਲ ਹੈਗੇ ਆ, ਉਹ ਕਿਸਾਨ ਕਹਿੰਦੇ ਸਾਡਾ ਨੁਕਸਾਨ ਹੋ ਸਕਦਾ ਹੈਗਾ, ਤੁਹਾਡਾ ਕੀ ਵਿਊ ਪੁਆਇੰਟ ਆ? ਇਹ ਕਿਸਾਨਾਂ ਦੀ ਫੇਵਰ 'ਚ ਆ? ਮੈਂ ਹੋਰ ਵੀ ਆਪਣੇ ਸਵਾਲ ਜਿਹੜੇ DIG ਤੁਹਾਡੇ ਸਪੋਕਸਮੈਨ, ਉਹਨਾਂ ਦੇ ਵੀ ਇੰਟਰਵਿਊ ਕੀਤੇ, ਹੋਰ ਵੀ BJP ਦੇ ਐਕਸ ਮਿਨਿਸਟਰ ਦੇ, ਉਹ ਤਾਂ ਇਹੋ ਕਹਿੰਦੇ ਵੀ ਇਟ ਇਜ਼ ਇਨ ਫੇਵਰ ਫॉर ਫਾਰਮਰਸ ਆਫ ਪੰਜਾਬ। ਤੁਹਾਡਾ ਕੀ ਵਿਊ ਪੁਆਇੰਟ ਆ? ਅਸੀਂ ਜਦੋਂ ਮੈਂ ਤੇ ਸੁਰਜੀਤ ਜਾਨੀ ਜੀ ਨੇ ਕਿਸਾਨਾਂ ਨਾਲ ਗੱਲ ਕੀਤੀ, ਜਥੇਬੰਦੀਆਂ ਨਾਲ, ਅਸੀਂ ਉਹਨਾਂ ਨੂੰ ਕਿਹਾ ਵੀ ਨਾ ਤਾਂ ਸਾਡੀ ਕੋਈ ਸ਼ਰਤ ਆ, ਨਾ ਹੀ ਕੋਈ ਕਿਸਾਨ ਯੂਨੀਅਨਾਂ ਦੀ ਮੀਟਿੰਗ 'ਚ ਬੈਠਣ ਲਈ ਸ਼ਰਤ ਹੋਣੀ ਚਾਹੀਦੀ ਹੈ। ਆਪਾਂ ਬਿਨਾਂ ਸ਼ਰਤ ਤੋਂ ਬੈਠੀਏ, ਕਿਸਾਨ ਦੇ ਹਿੱਤ ਦੀ ਗੱਲ ਕਰੀਏ। ਅਸੀਂ ਕਹੀਏ ਜੀ ਅਸੀਂ ਠੀਕ ਆ, ਉਹ ਕਹਿਣ ਜੀ ਅਸੀਂ ਠੀਕ ਆ, ਫਿਰ ਮੌਕਾ, ਇਹ ਗੱਲ ਨਹੀਂ ਨਿਪਟਣੀ। ਇੱਕ ਦੂਜੇ ਨਾਲ ਬੈਠ ਕੇ ਜਦੋਂ ਡਿਸਕਸ਼ਨ ਕਰਾਂਗੇ, ਬਹੁਤ ਸਾਰੀਆਂ ਗੱਲਾਂ ਦਾ ਹੱਲ ਹੋ ਜਾਊਗਾ। ਸੰਵਾਦਹੀਨਤਾ ਬਹੁਤ ਸਾਰੀਆਂ ਚੀਜ਼ਾਂ ਦੀ ਪ੍ਰੋਬਲਮ ਹੁੰਦੀ ਹੈ। ਜਦੋਂ ਸੰਵਾਦ ਸਾਡਾ ਹੁੰਦਾ, ਆਪਸ 'ਚ ਇੱਕ ਦੂਜੇ ਨਾਲ ਚਰਚਾ ਹੁੰਦੀ ਹੈ, ਗੱਲਬਾਤ ਹੁੰਦੀ ਹੈ। ਗੁਰੂ ਨਾਨਕ ਦੇਵ ਨੇ ਤਾਂ ਇਹੀ ਸਿਖਾਇਆ ਨਾ। ਸਿੱਧ ਗੋਸ਼ਟੀਆਂ ਕੀ ਨੇ? ਤਾਂ ਹੀ ਤਾਂ ਲੋਕਾਂ ਨੇ ਮੰਨੀ ਕਿ ਜਦੋਂ ਉਹਨਾਂ ਨੇ ਉਹਨਾਂ ਨਾਲ ਜਾ ਕੇ ਚਰਚਾ ਕੀਤੀ। ਜੇ ਬੈਠੇ ਨੇ ਥੋੜਾ ਗੱਲ ਬਣਨੀ ਸੀ। ਇਸ ਕਰਕੇ ਆਪਸ 'ਚ ਮਿਲਣਾ, ਆਪਸ 'ਚ ਗੱਲਬਾਤ ਕਰਨੀ, ਇੱਕ ਦੂਜੇ ਦੇ ਭਲੇ ਲਈ ਕਰਨੀ। ਸਾਡੇ ਮਿਨਿਸਟਰ ਨਰਿੰਦਰ ਸਿੰਘ ਜੀ ਤੋਮਰ ਨੇ ਐਗਰੀਕਲਚਰ ਦੇ, ਉਹਨਾਂ ਨੇ ਕਿਹਾ ਕਿਸਾਨਾਂ ਨੂੰ ਉਸ ਦਿਨ ਕਿ ਕਿਸਾਨ ਹਿੱਤ ਦੇ ਲਈ ਚਰਚਾ ਕਰਨ ਦੇ ਲਈ, ਗੱਲਬਾਤ ਦੇ ਲਈ ਅੱਧੀ ਰਾਤ ਵੀ ਆ ਜਾਓ, ਮੈਂ ਹਾਜ਼ਰ ਹਾਂ ਤੁਹਾਡੇ ਲਈ। ਜਿੰਨੀ ਦੇਰ ਬੈਠਣਾ ਉਨੀ ਦੇਰ ਬੈਠਾ, ਇਹ ਗੱਲਬਾਤ ਕਰਾਂਗੇ, ਇਹਦਾ ਸਮਾਧਾਨ ਕਰਾਂਗੇ, ਤੇ ਉਹਦੇ ਲਈ ਕਿਸਾਨ ਵੀ ਐਗਰੀ ਹੋਏ। ਦੇਖੋ, ਪੋਲਿਟਿਕਸ ਵਿੱਚ ਹਰ ਪਾਰਟੀ ਇੱਕ ਦੂਜੇ ਨੂੰ ਇਲਜ਼ਾਮਬਾਜ਼ੀ ਦਿੰਦੀ, ਚਾਹੇ ਕੋਈ ਕਿਸੇ ਪਾਰਟੀ ਦਾ ਸਹੀ ਕਦਮ ਵੀ ਹੋਵੇ। ਇੱਕ ਤੁਹਾਡੀ ਪਾਰਟੀ ਦੇ ਬਹੁਤ ਵੱਡਾ ਪੰਜਾਬ ਪੁਆਇੰਟ ਆਫ ਵਿਊ ਨਾਲ ਇਲਜ਼ਾਮ ਆਉਂਦਾ ਹੈਗਾ, ਇਹ ਵਿੱਚ ਜਦੋਂ ਵੀ ਕਿਤੇ ਤੁਹਾਡੀ ਕੋਈ ਤੁਸੀਂ ਪੋਲੀਟੀਕਲ ਐਂਟਰੀ ਹੁੰਦੀ ਜਾਂ ਕਿਤੇ ਹੋਰ ਹੁੰਦੀ ਆ, ਜਾਂ ਰਿਲੀਜੀਅਸ ਮੈਟਰ 'ਤੇ ਆਉਂਦੇ, ਇਹ ਕਹਿੰਦੇ ਜੀ RSS ਨੇ ਆਪਣੇ ਸਿੱਖ ਬਾਬੇ ਪੰਜਾਬ ਵਿੱਚ ਪੈਦਾ ਕਰਕੇ ਸਾਡੇ ਧਰਮ ਨੂੰ ਖਤਰਾ ਹੈ, ਜਾਂ ਜੀ RSS ਜੋ ਕੁਝ ਵੀ ਪੋਲੀਟੀਕਲ ਸਰਗਰਮੀਆਂ ਉਹ RSS ਕਰਾਉਂਦੀ। ਇਹ RSS ਕੀ ਆ? ਇਹਦਾ ਕਿੰਨਾ ਕੁ ਪੋਲੀਟੀਕਲੀ ਜਾਂ ਰਿਲੀਜੀਅਸ ਮੈਟਰ 'ਤੇ ਪੰਜਾਬ ਪੁਆਇੰਟ ਆਫ ਵਿਊ ਨਾਲ ਆਪਾਂ ਡਿਸਕਸ ਕਰਦੇ ਰੈਲੇਵੈਂਸ ਹੈਗਾ, ਇਹਦੇ ਬਾਰੇ ਜ਼ਰੂਰ ਕਲੈਰੀਫਾਈ ਕਰੋ ਸਾਡੇ ਦਰਸ਼ਕਾਂ ਨੂੰ। ਦੇਖੋ, ਪਹਿਲੀ ਗੱਲ ਤਾਂ RSS ਰਾਜਨੀਤੀ ਨਹੀਂ ਕਰਦੀ। ਉਹ ਇੱਕ ਰਾਜਨੀਤੀ ਨਹੀਂ ਕਰਦੀ, ਸਮਾਜਿਕ ਸੰਸਥਾ, ਦੁਨੀਆ ਦਾ ਸਭ ਤੋਂ ਬੜਾ ਸਮਾਜਿਕ ਸੰਗਠਨ ਹੈ, ਔਰ ਉਹ ਸੇਵਾ ਦੇ ਕੰਮ ਕਰਦੀ ਆ। ਔਰ ਜਾਂ RSS ਜਿਹੜੀ ਆ ਉਹ ਮਾਨਵ ਨਿਰਮਾਣ ਦੀ ਗੱਲ ਕਰਦੀ ਆ, ਔਰ ਮੈਨ ਟੂ ਮੈਨ, ਹਾਰਟ ਟੂ ਹਾਰਟ ਉਹ ਟੱਚ ਕਰਦੇ ਨੇ, ਔਰ ਉਹ ਦੇਸ਼ ਹਿੱਤ ਦੇ ਲਈ, ਦੇਸ਼ ਪ੍ਰੇਮ ਦੇ ਲਈ, ਔਰ ਮਾਨਵਤਾ ਦੇ ਭਲੇ ਦੇ ਲਈ ਕੰਮ ਕਰਦੇ ਆ। ਉਹੀ ਉਹ ਪ੍ਰੇਰਨਾ ਦਿੰਦੇ ਆ, ਉਹੀ ਵਿਚਾਰ ਆ ਉਹਨਾਂ ਦਾ। ਔਰ ਉਹਦੇ 'ਚ ਉਹਨੂੰ ਖਾਮ-ਖਾ ਉਹਦੇ 'ਚ ਘਸੀਟਣਾ, ਮੈਨੂੰ ਲੱਗਦਾ ਕਿ ਇਹ ਅੱਛੇ ਲੋਕਾਂ ਦਾ ਕੰਮ ਨਹੀਂ ਹੈ। ਉਹ ਤਾਂ ਜਿਹੜੀ ਗੱਲ ਵੀ ਹੈ ਉਹ BJP ਨਾਲ ਕਰੋ, ਰਾਜਨੀਤੀ ਤਾਂ BJP ਕਰਦੀ ਹੈ। ਅਸੀਂ RSS ਦੇ ਸਵੈਂ ਸੇਵਕ ਹੈਗੇ ਆ, ਇਹ ਗੱਲ ਅਲੱਗ ਆ, ਮਗਰ RSS ਰਿਸਪੌਂਸੀਬਲ ਨਹੀਂ ਹੈ ਸਾਡੇ ਕੰਮਾਂ ਲਈ। RSS ਇੱਕ ਬਹੁਤ ਅੱਛੀ ਸੰਸਥਾ, ਉਹਨੂੰ ਐਵੇਂ ਹੀ ਬਿਨਾਂ ਗੱਲਬਾਤ ਤੋਂ। ਔਰ RSS ਕਦੇ ਵੀ ਸਿੱਖਾਂ ਦੇ, ਜਦੋਂ ਸ਼ਰਦੇ ਸੁਦਰਸ਼ਨ ਜੀ ਪਰਮ ਪੂਜਨੀय ਸਰਸੰਘ ਚਾਲਕ ਜਿਹੜੇ ਅੱਜ ਨਹੀਂ ਰਹੇ, ਉਹਨਾਂ ਨੇ ਇਹ ਲਿਖ ਕੇ ਪੱਤਰ ਦਿੱਤਾ ਸੀ। ਅਕਾਲ ਤਖਤ ਸਾਹਿਬ ਨੇ ਕਿਹਾ ਵੀ ਤੁਸੀਂ ਦੱਸੋ ਕਿ ਸਿੱਖ ਇੱਕ ਵੱਖਰੀ ਕੌਮ ਹੈ ਜਾਂ ਨਹੀਂ ਹੈ, ਤੁਸੀਂ ਕੀ ਮੰਨਦੇ ਹੋ? ਉਹਨਾਂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਿੱਖ ਇੱਕ ਵੱਖਰੀ ਕੌਮ, ਅਲੱਗ ਇੱਕ ਧਰਮ, ਅਸੀਂ ਇਸ ਨੂੰ ਮੰਨਦੇ ਹਾਂ। ਔਰ ਅਸੀਂ ਇਹਦੇ 'ਚ ਕੋਈ ਇਹ ਨਹੀਂ ਕਹਿੰਦੇ ਕਿ ਸਿੱਖ ਹਿੰਦੂਆਂ ਦਾ ਪਾਰਟ ਨੇ, ਅਸੀਂ ਕੁਛ ਨਹੀਂ ਇਹੀ ਗੱਲ ਕਹਿੰਦੇ। ਉਹਨਾਂ ਨੇ ਬਿਲਕੁਲ ਨਹੀਂ ਕਿਹਾ, ਔਰ ਉਸ ਤੋਂ ਬਾਅਦ ਇਹ ਗੱਲ ਹੀ ਖਤਮ ਹੋ ਗਈ ਸੀ। ਇਹ ਤਾਂ ਗੱਲ ਜਾਣ ਬੁੱਝ ਕੇ ਬਾਰ-ਬਾਰ ਉਠਾਈ ਜਾਂਦੀ ਹੈ, ਔਰ ਇਹਦਾ ਕੋਈ RSS ਦਾ ਮਤਲਬ ਨਹੀਂ ਹੈ ਇਹਦੇ 'ਚ। ਦੇਖੋ, ਇਹ ਤੁਹਾਨੂੰ ਜਿਵੇਂ ਮੈਂ ਗੱਲ ਕੀਤੀ, ਪੋਲਿਟਿਕਸ ਵਿੱਚ ਹਰ ਪਾਰਟੀ ਆਪਣੀਆਂ ਵੋਟ ਬੈਂਕ ਲੈਣੇ ਲਈ ਝੂਠ ਸੱਚ ਜੋ ਕੁਛ ਬੋਲਦੀ ਹੈਗੀ ਆ। ਫਿਰ ਦੂਸਰਾ, ਮੰਨ ਲਓ RSS ਤੁਸੀਂ ਕਹਿੰਦੇ ਪੋਲੀਟੀਕਲ ਮੈਟਰ 'ਚ ਨਹੀਂ ਇੰਟਰਫੀਅਰ ਕਰਦੀ। ਦੂਸਰਾ, ਪੰਜਾਬ ਵਿੱਚ ਇਹ ਕਾਫੀ ਦੇਰ ਤੋਂ ਪ੍ਰਚਾਰ ਹੋ ਰਿਹਾ, ਜਾਂ ਅਗਾਂਹ ਮੇਰੇ ਖਿਆਲ ਹੋਰ ਇਹਦੀ ਇੰਟੈਂਸਿਟੀ ਵੱਧ ਸਕਦੀ ਹੈਗੀ
ਵੀ ਆਰਐਸਐਸ ਦੇ ਜਿਹੜੇ ਬੰਦੇ ਆ ਸਿੱਖ ਭੇਸ ਵਿੱਚ ਬਾਬੇ ਬਣਾ ਕੇ ਡੇਰੇ ਬਣਾ ਕੇ ਇਹ ਲੋਕਾਂ ਨੂੰ ਪ੍ਰਚਾਰ ਕਰ ਰਹੀ ਹੈ, ਸਿੱਖੀ ਤੋਂ ਤੋੜ ਕੇ ਇੱਧਰ ਆਪਣੇ ਵੱਲ ਕਰ ਰਹੀ ਹੈਗੀ। ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ? ਇਹ ਤਾਂ ਇੱਕ ਮਜ਼ਾਕ ਵਾਲੀ ਗੱਲ ਆ ਜਿਹੜੀ ਲੋਕ ਕਰਦੇ ਆ, ਜਿਨ੍ਹਾਂ ਨੂੰ ਵਾਸਤਵਿਕਤਾ ਇਹਦੇ ਵਿੱਚ ਤੁਸੀਂ ਕਹਿੰਦੇ ਕੋਈ ਸੱਚਾਈ ਨਹੀਂ ਹੈਗੀ। ਮੇਰੀ ਗੱਲ ਸੁਣੋ, ਮੈਂ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਸਵੈਮ ਸੇਵਕ ਹਾਂ। ਮੈਂ ਕਿਹੜਾ ਬਾਬਾ, ਮੈਂ ਕਿਹਨੂੰ ਗਲਤ ਪ੍ਰਚਾਰ ਕਰਦਾ ਜੀ? ਇਸੇ ਤਰ੍ਹਾਂ ਦੇ ਮੇਰੇ ਅੱਗੇ ਸੈਂਕੜੇ ਲੋਕ ਨੇ ਜਿਹੜੇ ਸਧਾਰਨ ਲੋਕ ਨੇ, ਸਧਾਰਨ ਵਿਅਕਤੀ ਆਰਐਸਐਸ 'ਚ ਗਰੀਬ ਬੰਦੇ ਕੰਮ ਕਰਦੇ ਆ, ਉਹ ਉਹਦੇ ਸਵੈਮ ਸੇਵਕ ਨੇ। ਉਹ ਅਮੀਰਾਂ 'ਚ ਤਾਂ ਬਹੁਤਾ ਕੰਮ ਹੀ ਨਹੀਂ ਹੈ, ਉਹਦਾ ਬਾਬਿਆਂ 'ਚ ਕੰਮ ਹੀ ਨਹੀਂ ਹੈ। ਹਾਂਜੀ, ਬਾਬਿਆਂ ਨੂੰ ਬਿਲਕੁਲ ਨਹੀਂ ਉਹਨਾਂ ਨੇ ਬਿਠਾਇਆ ਹੋਇਆ। ਉਹ ਤਾਂ ਇਹਨਾਂ ਨੇ ਬਾਬੇ ਬਿਠਾਏ ਸੀ, ਇਹੀ ਅਕਾਲ ਤਖਤ ਸਾਹਿਬ ਤੋਂ ਉਹਨੂੰ ਸਜ਼ਾ ਲਵਾਉਂਦੇ ਆ, ਇਹੀ ਮਾਫੀ ਦਵਾਉਂਦੇ ਆ ਤੇ ਇਹੀ ਤਨਖਾਹ ਲਵਾਉਂਦੇ ਆ। ਅਸੀਂ ਤਾਂ ਕੁਝ ਨਹੀਂ ਕੀਤਾ, ਅਸੀਂ ਨਹੀਂ ਕੁਝ ਕੀਤਾ ਐਸਾ। ਇਸ ਕਰਕੇ ਅਸੀਂ ਇਹਨਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਇਹੋ ਜਿਹੇ ਵਿਚਾਰ ਨਾ ਰੱਖੋ। ਅੱਛਾ, ਚਲੋ ਹੁਣ ਆਪਾਂ ਪੋਲੀਟੀਕਲ ਜਿਹੜੇ 2-3 ਪੁਆਇੰਟ ਹੋਰ ਰਹਿ ਗਏ ਆ। ਇਹ ਜਦੋਂ ਦਾ ਵੈਸੇ ਤਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਐਨਡੀਏ ਨਾਲ ਸੀ ਤੁਹਾਡੇ ਨਾਲ, ਉਦੋਂ ਤੋਂ ਹੀ ਇਹ ਮੀਡੀਆ ਵਿੱਚ ਜਾਂ ਆਮ ਲੋਕਾਂ ਵਿੱਚ ਚਰਚਾ ਸ਼ੁਰੂ ਹੋ ਗਈ ਸੀ ਵੀ ਢੀਂਡਸਾ ਸਾਹਿਬ ਨੂੰ ਬੀਜੇਪੀ ਹਾਈ ਕਮਾਂਡ ਦੀ ਲੀਡਰਸ਼ਿਪ ਦਾ ਆਸ਼ੀਰਵਾਦ ਹੈਗਾ। ਤੇ ਹੁਣ ਤਾਂ ਇਹ ਚਲੋ ਸੈਪਰੇਟ ਹੋ ਗਏ ਹੈਗੇ ਆ ਅਕਾਲੀ ਦਲ ਬਾਦਲ ਵਾਲੇ। ਇਹ ਜੇ ਤੁਸੀਂ ਨੈਚੁਰਲੀ 117 ਸੀਟਾਂ ਤੁਸੀਂ ਅਨਾਉਂਸ ਕੀਤੀਆਂ, ਢੀਂਡਸਾ ਸਾਹਿਬ, ਰਵੀ ਇੰਦਰ, ਬ੍ਰਹਮਪੁਰਾ ਸਾਹਿਬ, ਹੋਰ ਜਿਹੜੇ ਆ ਕੁਝ ਸੰਤ ਸਮਾਜ ਦੇ ਲੋਕ, ਇਹਨਾਂ ਨੇ ਐਸਜੀਪੀਸੀ ਵਿੱਚ ਵੀ, ਪਹਿਲਾਂ ਤਾਂ ਐਸਜੀਪੀਸੀ ਦੀ ਗੱਲ ਕਰਦੇ ਹੈਗੇ ਆ। ਇਹ ਇਲੈਕਸ਼ਨਾਂ ਵਿੱਚ ਢੀਂਡਸਾ ਸਾਹਿਬ ਜਿਹੜੇ ਉਹ 5-7-10 ਐਕਟਿਵ ਸੱਜਣ ਆ, ਗਿਆਨੀ ਰਣਜੀਤ ਸਿੰਘ ਜੀ ਜੋ ਜਿਹੜੇ ਸਾਬਕਾ ਜਥੇਦਾਰ ਰਹੇ ਹੈਗੇ ਅਕਾਲ ਤਖਤ ਦੇ, ਇਹ ਚੁਣੌਤੀ ਦੇ ਸਕਦੇ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਐਸਜੀਪੀਸੀ ਚੋਣਾਂ ਵਿੱਚ? ਦੇਖੋ, ਗੱਲ ਇਹ ਆ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਲੈਰਿਟੀ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਕਿਸੇ ਵੀ ਧਰਮ ਦੇ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੀ। ਨਾ ਅਸੀਂ ਕਿਸੇ ਦੀਆਂ ਚੋਣਾਂ 'ਚ ਕੋਈ ਪਾਰਟੀਸਪੇਟ ਕਰਦੇ ਹਾਂ, ਨਾ ਅਸੀਂ ਕਿਸੇ ਦਾ ਸਮਰਥਨ ਕਰਦੇ ਹਾਂ, ਨਾ ਕਿਸੇ ਦਾ ਵਿਰੋਧ ਕਰਦੇ ਹਾਂ। ਸਾਡੇ ਜਿਹੜੇ ਕਾਰਜਕਰਤਾ ਸਿੱਖ ਵੀ ਨੇ, ਅਗਰ ਗੁਰਸਿੱਖ ਨੇ, ਉਹਨਾਂ ਦੀ ਵੋਟ ਬਣੀ ਹੋਈ ਹੈ, ਉਹ ਸੁਤੰਤਰ ਨੇ। ਜਿਹੜਾ ਵੀ ਅੱਛਾ ਵਿਅਕਤੀ ਹੋਵੇ ਉਹਨੂੰ ਵੋਟ ਪਾਉਣ। ਹਾਂ, ਸਾਡਾ ਉਹਦੇ 'ਚ ਕੋਈ ਦਖਲਅੰਦਾਜ਼ੀ ਨਹੀਂ, ਸਾਡੇ ਕੋਲ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ। ਦੂਸਰਾ, ਜਿਹੜੇ ਢੀਂਡਸਾ ਸਾਹਿਬ ਨੇ, ਉਹ ਕਿਸੇ ਦੇ ਕਹਿਣ 'ਤੇ ਥੋੜ੍ਹਾ ਕੁਛ ਕਰਨਗੇ। ਇੰਨਾ ਲੰਬੇ ਸਮੇਂ ਦੀ ਉਹਨਾਂ ਦੀ ਰਾਜਨੀਤੀ ਹੋਗੀ, ਜਿੰਨੀ ਕੁ ਮੇਰੀ ਉਮਰ ਆ ਉਹਨਾਂ ਦੀ ਉਨੀ ਲੰਬੀ ਰਾਜਨੀਤੀ ਹੈ। ਤੇ ਇਸ ਕਰਕੇ ਮੈਂ ਇਹ ਸਮਝਦਾ ਕਿ ਢੀਂਡਸਾ ਸਾਹਿਬ ਲਈ ਇਹ ਗੱਲ ਕਹਿਣੀ ਠੀਕ ਨਹੀਂ ਹੈ। ਉਹਨਾਂ ਨੇ ਬਹੁਤ ਸੋਚ ਸਮਝ ਕੇ, ਸਿੱਖ ਕੌਮ ਦੇ ਵਿੱਚ ਕਮੀਆਂ ਨੂੰ ਦੇਖ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਦੇਖ ਕੇ ਉਹ ਫਿਰ ਨਾਰਾਜ਼ ਹੋਏ ਨੇ, ਫਿਰ ਉਹਨਾਂ ਨੇ ਦੂਰੀ ਬਣਾਈ ਆ। ਤੇ ਉਹ ਮੇਰਾ ਖਿਆਲ ਜਿਹੜੀ ਗੱਲ ਕਰਦੇ ਨੇ ਉਹ ਆਪਣੇ ਤਰੀਕੇ ਨਾਲ ਉਹ ਖੁਦ ਗੱਲ ਰੱਖਣਗੇ, ਮੈਂ ਤਾਂ ਉਹਨਾਂ ਦੀ ਗੱਲ ਨਹੀਂ ਰੱਖ ਸਕਦਾ। ਮਗਰ ਉਹ ਅਗਰ ਬੈਠੇ ਨੇ ਔਰ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦੇ ਨੇ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਖੁਦ ਲੜਨਗੇ ਔਰ ਉਹਨਾਂ ਦੇ ਆਪਣੇ ਧੜੇ ਨੇ ਅਕਾਲੀ ਦਲ ਦੇ। ਅੱਛਾ, ਸਿੱਖਾਂ ਜ਼ਰੂਰ ਅਕਾਲੀ ਦਲ ਦਾ ਵਕਾਰ ਖਤਮ ਹੋ ਗਿਆ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ, ਪਰ ਬਾਕੀਆਂ ਨੂੰ ਹੁਣ ਸਿੱਖ ਕਿਹਨੂੰ ਚਾਹੁੰਦੇ ਆ, ਕਿਹਨੂੰ ਨਹੀਂ ਚਾਹੁੰਦੇ, ਇਹ ਉਹਨਾਂ ਸਾਰਿਆਂ ਨੇ, ਸੰਗਤ ਨੇ ਫੈਸਲਾ ਕਰਨਾ। ਮੇਰਾ ਉਹਦੇ 'ਚ ਕੁਝ ਨਹੀਂ, ਵੋਟਿੰਗ ਵਿੱਚ ਕਲੀਅਰ ਹੋ ਜਾਏਗਾ। ਅੱਛਾ, ਇੱਕ ਦੋ ਗੱਲਾਂ ਹੋਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਹੈਗਾ। ਇਹ ਵੀ ਆਮ ਲੋਕਾਂ ਵਿੱਚ ਕਿਤੇ ਕਿਤੇ, ਮੈਂ ਪੂਰਾ ਪੰਜਾਬ ਜਾਂਦਾ ਰਹਿੰਦਾ ਹੈਗਾ, ਇਹ ਵੀ ਕਿਹਾ ਜਾਂਦਾ ਹੈਗਾ ਵੀ ਅਕਾਲੀ ਦਲ ਬਾਦਲ ਵਾਲੇ ਮੁੜ ਕੇ ਐਨਡੀਏ 'ਚ ਕਦੀ ਵੀ ਸ਼ਾਮਲ ਹੋ ਸਕਦੇ ਆ ਅਗਲੀਆਂ ਇਲੈਕਸ਼ਨ ਤੋਂ ਪਹਿਲਾਂ। ਕੀ ਇਹਦੇ ਵਿੱਚ ਸੱਚਾਈ ਕੋਈ ਹੈ ਕਿ ਨਹੀਂ? ਜਿਹੜੇ ਇੰਨਾ ਵਿਰੋਧ ਕਰੀ ਜਾਂਦੇ ਆ ਕਿ ਅਸੀਂ ਮਿਨੋਰਟੀਜ਼ ਦੇ ਖਿਲਾਫ ਹੈਗੇ ਆ, ਅਸੀਂ ਕਿਸਾਨਾਂ ਦੇ ਖਿਲਾਫ ਹਾਂ, ਅਸੀਂ ਦੇਸ਼ ਵਿੱਚ ਕੰਮ ਨਹੀਂ ਕਰ ਰਹੇ, ਉਹ ਫਿਰ ਕਿਸ ਮੂੰਹ ਨਾਲ ਆਉਣਗੇ ਦੁਬਾਰਾ? ਅਣਖ ਔਰ ਗੈਰਤ ਵਾਲਾ ਆਦਮੀ ਤਾਂ ਦੁਬਾਰਾ ਆਉਂਦਾ ਨਹੀਂ ਹੁੰਦਾ। ਤੇ ਜੇ ਲੜਾਈ ਵਿੱਚ ਤੇ ਪਿਆਰ ਵਿੱਚ ਦੇਖਣਗੇ, ਹਾਂ, ਬਾਕੀ ਉਹਦੇ 'ਚ ਸਾਨੂੰ ਕੋਈ ਫਰਕ ਨਹੀਂ ਪੈਂਦਾ, ਉਹ ਆਉਣ ਨਾ ਜਾਣ, ਚਲੇ ਜਾਣ। ਭਾਰਤੀ ਜਨਤਾ ਪਾਰਟੀ ਆਪਦੇ ਪੈਰਾਂ ਤੇ ਖੜੀ ਆ, ਹੁਣ ਪੈਰਾਂ ਤੇ ਹੀ ਖੜੇਗੀ। ਚਲੋ, ਹੁਣ ਮੰਨ ਲਓ ਤੁਸੀਂ ਪੰਜਾਬ ਵਿੱਚ ਰਾਜਨੀਤੀ ਵਿੱਚ 117 ਸੀਟਾਂ ਵੱਲੋਂ ਬੀਜੇਪੀ ਪੂਰਾ ਬਿਗ ਬੈਂਗ ਲੈ ਕੇ ਹਾਜ਼ਰ ਹੋਏਗੀ। ਫਿਰ ਪੰਜਾਬ ਦੇ ਬੜੇ ਆਊਟਸਟੈਂਡਿੰਗ ਇਸ਼ੂਜ਼ ਆ, ਨਸ਼ਾ ਬੜਾ ਹੈਗਾ ਇੱਥੇ, ਆ ਜਿਹੜੀ ਹੈਗੀ ਚੋਰੀ ਬੜੀ ਹੁੰਦੀ ਫੈਕਟਰੀਆਂ 'ਚ, GST, ਸ਼ਰਾਬ ਮਾਫੀਆ ਬੜੇ ਹੈਗੇ, ਤੁਹਾਨੂੰ ਪਤਾ, ਜਿਹੜਾ ਮਾਈਨਿੰਗ ਮਾਫੀਆ, ਹੋਰ ਇਹ ਕਿਹੜੇ ਕੰਮ ਦੀ ਕਿੱਦਾਂ ਪ੍ਰਾਇੋਰਟੀ ਦਾ ਤੁਸੀਂ ਆਪਣੇ ਜਿਹੜਾ ਮੈਨੀਫੈਸਟੋ ਲੈ ਕੇ ਆਓਗੇ? ਕਿਹੜੀਆਂ ਗੱਲਾਂ ਤੁਸੀਂ ਪ੍ਰੋਮਿਸ ਕਰੋਗੇ ਵੀ ਅਸੀਂ ਪ੍ਰਾਇੋਰਟੀ ਤੇ ਕਰੋਗੇ ਤਾਂ ਕਿ ਮੋਦੀ ਸਾਹਿਬ ਤੋਂ ਲੋਕਾਂ ਨੂੰ ਉਮੀਦ ਬਣੇ ਤੇ ਉਹ ਤੁਹਾਨੂੰ ਵੋਟਿੰਗ ਹੋਵੇ? ਇਹ ਤਾਂ ਦੇਖੋ ਜੀ, ਆਵਾਜ਼ ਉੱਤਿਆ ਹੋਇਆ ਪੰਜਾਬ 'ਚ ਤਾਂ ਅੱਜ ਦੀ ਸਰਕਾਰ ਵੀ ਪਰਫਾਰਮ ਨਹੀਂ ਕਰ ਪਾ ਰਹੀ।
ਔਰ ਹਾਂਜੀ ਕਿਸੇ ਫੀਲਡ 'ਚ ਵੀ ਨਹੀਂ ਕਰ ਪਾ ਰਹੀ। ਔਰ ਜਿਸ ਤਰ੍ਹਾਂ ਹਾਂਜੀ ਦੀ ਇਹ ਸਮੱਸਿਆ ਬਣੀ ਹੋਈ ਆ ਤੇ ਇੱਥੇ ਇਨਵੈਸਟਮੈਂਟ ਵੀ ਨਹੀਂ ਹੋਣੀ, ਹਾਂਜੀ ਕਿਉਂਕਿ ਤੁਸੀਂ ਕੋਈ ਵੀ ਸਰਮਾਏਦਾਰ ਹੀ ਪੈਸੇ ਲਗਾਏਗਾ ਨਾ, ਇਨਵੈਸਟਮੈਂਟ ਕਰੇਗਾ। ਤੇ ਜੇ ਕਿਸੇ ਨੇ ਪੈਟਰੋਲ ਪੰਪ ਖੋਲ੍ਹ ਲਏ ਨੇ, ਉਹਦੇ ਪੈਟਰੋਲ ਪੰਪ ਬੰਦ ਕਰਤੇ, ਜੇ ਕਿਸੇ ਨੇ ਮਾਲ ਖੋਲ੍ਹ ਲਏ ਉਹਦੇ ਮਾਲ ਬੰਦ ਕਰਤੇ, ਔਰ ਸਰਕਾਰ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਦੇ ਰਹੀ। ਸਾਰਾ ਸਿਸਟਮ ਕਲੈਪਸ ਹੋਇਆ ਹੋਇਆ, ਗੱਡੀਆਂ ਆ ਨਹੀਂ ਰਹੀਆਂ, ਐਕਸਪੋਰਟਰਾਂ ਦਾ ਮਾਲ ਬਣਿਆ ਹੋਇਆ ਪਿਆ, ਇਹ ਕਿਹਨੇ ਦੇਖਣਾ? ਤੇ ਇਹ ਸਾਰੇ ਮਾਮਲੇ ਦਰੁਸਤ ਕਰਾਂਗੇ, ਔਰ ਬਹੁਤ ਸਾਰੇ ਕੰਮ ਕਰਨੇ ਪਏ ਆ, ਤੇ ਉਹਦੇ ਲਈ ਅੱਗੇ ਵਿਚਾਰ ਕਰਕੇ ਲੋਕਾਂ ਦੇ ਸਾਹਮਣੇ ਅਸੀਂ ਰੱਖਾਂਗੇ, ਇੱਕ ਚਾਰਟ ਰੱਖਾਂਗੇ, ਸਾਡਾ ਮੈਨੀਫੈਸਟੋ ਆਏਗਾ, ਤੇ ਉਹਦੇ 'ਚ ਸਾਰੇ ਕੰਮ ਕਰਾਂਗੇ। ਆ ਕਰਪਸ਼ਨ ਨੂੰ ਤਾਂ ਅਸੀਂ ਬਿਲਕੁਲ ਜੜ੍ਹੋਂ ਉਡਾ ਦਿਆਂਗੇ, ਇਹ ਪੱਕੀ ਗੱਲ। ਉਹ ਦੋ ਤਿੰਨ ਹੋਰ ਇਸ਼ੂਜ਼ ਬੜੇ ਕੋਰ ਇਸ਼ੂਜ਼ ਹੈਗੇ ਆ। ਇੱਕ ਪੰਜਾਬ ਵਿੱਚ ਕਰਪਸ਼ਨ ਖਾਸ ਤੌਰ ਤੇ ਹਰ ਮਹਿਕਮੇ ਵਿੱਚ, ਲੇਕਿਨ ਪੁਲਿਸ ਵਿੱਚ ਬਹੁਤ ਆ। ਦੂਸਰਾ ਜਿਹੜਾ ਰੁਜ਼ਗਾਰ ਹੈ ਨਹੀਂ, ਇਹ ਕਹਿ ਤਾਂ ਦਿੰਦੀ ਸਰਕਾਰ ਐਨੇ ਦੇਵੇਂ ਕਿਤੇ ਪ੍ਰਾਈਵੇਟ ਕੰਪਨੀਆਂ ਵਿੱਚ ਉੱਥੇ ਥੋੜੇ ਬਹੁਤੇ ਬੰਦਿਆਂ ਨੂੰ ਲਗਾ ਦਿੰਦੇ। ਸਾਰਾ ਪੰਜਾਬ ਦਾ ਨੌਜਵਾਨ ਤਾਂ ਕੈਨੇਡਾ ਭੱਜਾ ਜਾ ਰਿਹਾ, ਇੱਥੇ ਕੌਣ ਬਚੇਗਾ? ਮਤਲਬ ਇਹਦੇ ਲਈ ਕਰਨਗੇ ਤੁਹਾਨੂੰ ਮੈਨੀਫੈਸਟੋ ਵਿੱਚ। ਜਿਹੜੀਆਂ ਸਰਕਾਰਾਂ ਹੁਣ ਤੱਕ ਪੰਜਾਬ 'ਚ ਆਈਆਂ, ਉਹਨਾਂ ਨੇ ਪੰਜਾਬ ਨੂੰ ਕੰਗਾਲ ਕਰਤਾ। ਉਹਨਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ, ਉਹਨਾਂ ਦੀ ਕਰਪਸ਼ਨ ਦੀ ਵਜ੍ਹਾ ਕਰਕੇ, ਉਹਨਾਂ ਪਰਿਵਾਰਾਂ ਦੇ ਪੋਸ਼ਣ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ। ਪਰਿਵਾਰਕ ਪਾਰਟੀਆਂ ਕਦੇ ਫਾਇਦਾ ਨਹੀਂ ਕਰਦੀਆਂ। ਬੀਜੇਪੀ ਦੇ ਅੰਦਰ, ਰਾਜਨੀਤੀ ਦੇ ਅੰਦਰ ਅਗਰ ਕੋਈ ਜ਼ਿੰਮੇਵਾਰੀ ਪਾਉਂਦਾ ਤਾਂ ਸਧਾਰਨ ਪਰਿਵਾਰ ਦੇ ਵਿਅਕਤੀ ਪਾਉਂਦੇ ਆ। ਸਧਾਰਨ ਹੀ ਲੋਕ ਮਿਨਿਸਟਰ ਬਣਦੇ ਆ, ਸਧਾਰਨ ਲੋਕ ਹੀ ਮੁੱਖ ਮੰਤਰੀ ਬਣਦੇ ਆ, ਸਧਾਰਨ ਲੋਕ ਹੀ ਪਾਰਟੀਆਂ ਚਲਾਉਂਦੇ ਆ। ਇਹ ਇੱਕ ਬੀਜੇਪੀ 'ਚ ਹੀ ਖਾਸੀਅਤ ਹੈਗੀ ਹੈ, ਬਾਕੀ ਸਭ ਪਾਰਟੀਆਂ 'ਚ ਚੰਦ ਖਾਸ ਪਰਿਵਾਰ ਨੇ। ਇਸ ਕਰਕੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਇਹ ਚੰਦ ਪਰਿਵਾਰਾਂ ਤੋਂ ਪਿੱਛਾ ਛੁਡਵਾਉਣਾ ਜ਼ਰੂਰੀ ਹੈ। ਹਾਂਜੀ ਹਾਂਜੀ ਕਾਂਗਰਸ ਆਉਂਦੀ ਹੈ ਤਾਂ 27 ਪਰਿਵਾਰ ਰਾਜ ਕਰਦੇ ਆ, ਚਾਹੇ ਐਮਐਲਏ 100 ਬਣ ਜਾਣ। ਅਕਾਲੀ ਦਲ ਆਉਂਦਾ ਤਾਂ ਇੱਕੋ ਹੀ ਪਰਿਵਾਰ ਆ, ਉਹਨਾਂ ਨੇ ਗਿਣਤੀ ਦੀ ਜ਼ਰੂਰਤ ਹੀ ਨਹੀਂ ਛੱਡੀ। ਤੇ ਇਸ ਕਰਕੇ ਉਹ ਉਹਨਾਂ ਦਾ ਆਪਣਾ ਤਰੀਕਾ ਹੈਗਾ, ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ। ਤੇ ਮੈਂ ਤਾਂ ਇਹੋ ਜਿਹੀਆਂ ਪਾਰਟੀਆਂ ਤੋਂ ਮੈਂ ਸਮਝਦਾ ਪ੍ਰਮਾਤਮਾ ਬਖਸ਼ੇ ਪੰਜਾਬ ਨੂੰ। ਇੱਕ ਲਾਸਟ ਸਵਾਲ ਆ। ਮੋਦੀ ਸਾਹਿਬ ਨੇ ਜਦੋਂ ਬਿਹਾਰ ਦੀਆਂ ਇਲੈਕਸ਼ਨ ਵਿੱਚ ਪਹਿਲਾਂ ਵੀ ਮੇਰੇ ਖਿਆਲ 1,20,000 ਕਰੋੜ ਦਾ ਪਿਛਲੀ ਵਾਲੀ ਨਿਤਿਸ਼ ਕੁਮਾਰ ਗਵਰਨਮੈਂਟ ਨੂੰ ਲੋਕਾਂ ਨੂੰ ਜਿਹੜਾ ਇੱਦਾਂ ਦਾ ਦਿੱਤੇ ਸੀ ਬੈਨੀਫਿਟ, ਹੋਰ ਜਗ੍ਹਾ ਵੀ ਮੋਦੀ ਸਾਹਿਬ ਨੇ ਅਨਾਉਂਸ ਕੀਤੇ ਸੀ। ਕੀ ਪੰਜਾਬ ਦੇ ਲੋਕੀ ਐਕਸਪੈਕਟ ਕਰਨਾ ਜਦੋਂ ਇਹ ਇਲੈਕਸ਼ਨ ਤੋਂ ਪਹਿਲਾਂ ਮੋਦੀ ਸਾਹਿਬ ਕੋਈ 1-2 ਲੱਖ ਕਰੋੜ ਦਾ ਕੋਈ ਪੰਜਾਬ ਦੇ ਲੋਕਾਂ ਨੂੰ ਵੀ ਇਨਸੈਂਟਿਵ ਦੇਣਗੇ ਇਨ ਡਿਫਰੈਂਟ ਵੇਜ਼ ਐਂਡ ਮੀਨਸ? ਇਸ ਤਰ੍ਹਾਂ ਹੁੰਦਾ ਜੀ, ਇਹ ਕੇਂਦਰ ਤੋਂ ਜਦੋਂ ਪੈਸਾ ਆਉਂਦਾ ਤਾਂ ਉਹਨੂੰ ਯੂਸੀ ਦੇਣੇ ਹੁੰਦੇ ਆ ਵਾਪਸ, ਯੂਜ਼ਰ ਸਰਟੀਫਿਕੇਟ। ਉਹ ਪੰਜਾਬ ਸਰਕਾਰ ਦੇ ਹੀ ਨਹੀਂ ਪਾਉਂਦੀ, ਉਹਨਾਂ ਨੂੰ ਡਾਇਵਰਟ ਕਰ ਲੈਂਦੀ ਆ ਫੰਡਾਂ ਨੂੰ। ਅਗਰ ਐਸਸੀ ਸਕਾਲਰਸ਼ਿਪ ਦੇ ਆਏ ਤਾਂ ਉਹ ਖਾ ਗਏ, ਅਗਰ ਦੂਸਰੇ ਆਏ ਉਹ ਖਾ ਗਏ। ਅਗਰ ਇਹ ਖਰੀਦ ਵੇਚ ਦਾ ਜਿਹੜਾ ਪੈਸਾ ਆਉਂਦਾ ਵਿੱਚ ਪੰਜਾਬ ਸਰਕਾਰ ਨੂੰ, ਰੂਰਲ ਡਿਵੈਲਪਮੈਂਟ ਫੰਡ, ਤੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ 2 ਸਾਲ ਤੋਂ ਦਿੱਤਾ ਜਾ ਰਿਹਾ। ਉਹ ਬਾਰ-ਬਾਰ ਕੇਂਦਰ ਸਰਕਾਰ ਮੰਗਦੀ ਆ, ਤੇ ਇਸ ਲਈ ਉਹ ਜਿਹੜੀ ਸਹਾਇਤਾ ਉਹ ਆ ਨਹੀਂ ਪਾਉਂਦੀ। ਇਹ ਪੰਜਾਬ ਸਰਕਾਰ ਦੀ ਗਲਤੀ ਆ, ਉਸ ਕਰਕੇ ਨਹੀਂ ਆ ਪਾਉਂਦੀ, ਚਾਹੇ ਉਹ ਪਹਿਲਾਂ ਸਾਡੀ ਸਰਕਾਰ ਸੀ, ਚਾਹੇ ਹੁਣ ਇਹ ਸਰਕਾਰ ਆ। ਇਸ ਲਈ ਉਹ ਇਹ ਦਰੁਸਤ ਕਰ ਲੈਣ ਤਾਂ ਇਹਨਾਂ ਨੂੰ ਸਾਰੇ ਫੰਡ ਆ ਜਾਣਗੇ, ਸਭ ਕੁਝ ਆ ਜਾਊਗਾ। ਉਹ ਕਰਦੇ ਨਹੀਂ। ਇੱਕ ਲਾਸਟ ਸਵਾਲ, ਪਿੰਡਾਂ ਵਿੱਚੋਂ ਜਿਹੜੇ ਸਿੱਖ ਨੌਜਵਾਨ ਆ ਜਾਂ ਸਿੱਖ ਦਿੱਖ ਵਾਲੇ ਲੋਕੀ ਆ, ਉਹ ਤੁਹਾਡੀ ਪਾਰਟੀ ਵਿੱਚ ਕਿੰਨਾ ਕੁ ਜੁਆਇਨ ਕਰਨ ਲਈ ਇੱਛੁਕ ਹੈਗੇ, ਜਾਂ ਕਿੰਨੇ ਕੁ ਲੋਕਾਂ ਨੂੰ ਤੁਸੀਂ ਅਪਰੋਚ ਕਰੋਗੇ? ਇਹਦੇ ਬਾਰੇ ਕੀ ਖਾਕਾ ਤਿਆਰ ਇਸ ਕੀਤਾ? ਤਰ੍ਹਾਂ ਸਾਡੇ 'ਚ ਪਹਿਲਾਂ ਆਲਰੇਡੀ ਲੋਕ ਹੈਗੇ ਆ, ਪਿੰਡਾਂ ਦੇ ਲੋਕ, ਸਿੱਖ ਦਿੱਖ ਵਾਲੇ ਲੋਕ ਆ, ਔਰ ਅੱਗੇ ਵੀ ਬਹੁਤ ਸਾਰਾ ਜੁਆਇਨ ਕਰਨ ਨੂੰ ਤਿਆਰ ਨੇ। ਅਸੀਂ ਉਹਨਾਂ ਨੂੰ ਅਪਰੋਚ ਕਰਨਾ। ਆਹ ਸਮੱਸਿਆਵਾਂ ਅਸੀਂ ਜਿਹੜੀਆਂ ਹੈਗੀਆਂ ਨੇ ਸਾਡੇ 'ਤੇ ਤਾਂ ਕਾਂਗਰਸ ਕਹਿੰਦੀ ਆ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਅਕਾਲੀ ਦਲ ਕਹਿੰਦਾ ਤੁਹਾਨੂੰ ਵੜਨ ਨਹੀਂ ਦੇਣਾ, ਆਮ ਆਦਮੀ ਕਹਿੰਦੇ ਤੁਹਾਨੂੰ ਵੜਨ ਨਹੀਂ ਦੇਣਾ। ਅਸੀਂ ਤਾਂ ਇਹ ਸਾਰਿਆਂ ਨਾਲ ਜੂਝਦੇ ਜਾ ਕੇ ਵੜਨਾ। ਠੀਕ ਹੈ ਨਾ ਗੱਲ? ਅਸੀਂ ਸੰਘਰਸ਼ ਕਰ ਰਹੇ ਹਾਂ, ਉਸ ਸੰਘਰਸ਼ 'ਚੋਂ ਅਸੀਂ ਸਫਲ ਹੋ ਕੇ ਨਿਕਲਾਂਗੇ, ਇਹ ਮੇਰਾ ਦਾਅਵਾ। ਔਰ ਪ੍ਰਮਾਤਮਾ ਸਾਡੇ ਨਾਲ ਆ, ਗੁਰੂ ਨਾਨਕ ਦਾ ਆਸ਼ੀਰਵਾਦ ਆ, ਕੋਈ ਨਹੀਂ ਰੋਕ ਸਕਦਾ। ਚਲੋ ਗਰੇਵਾਲ ਸਾਹਿਬ, ਤੁਸੀਂ ਬਹੁਤ ਸੋਹਣੀਆਂ ਔਰ ਖੁੱਲ੍ਹ ਕੇ ਗੱਲਾਂ ਕੀਤੀਆਂ। ਜਿਹੜੇ ਮੈਨੂੰ ਉਮੀਦ ਆ ਇਹ ਸਾਡੇ ਇਸ ਪ੍ਰੋਗਰਾਮ ਨਾਲ ਜਿਹੜੀਆਂ ਮੈਂ ਗੱਲਾਂ ਕਹੀਆਂ, ਇਹ ਬੇਸਿਕਲੀ ਲੋਕਾਂ ਦੀਆਂ ਗੱਲਾਂ ਸੀ। ਲੋਕੀ ਮੈਨੂੰ ਪੁੱਛਦੇ ਸੀ, ਮੈਂ ਕਿਹਾ ਕਿਸੇ ਸੀਨੀਅਰ ਬੀਜੇਪੀ ਲੀਡਰ ਤੋਂ ਮੈਂ ਇੰਟਰਵਿਊ ਕਰਾਂਗਾ, ਇਸੇ ਕਰਕੇ ਤੁਹਾਡਾ ਇੰਟਰਵਿਊ ਕਰ ਰਿਹਾ ਕਿ ਮੈਨੂੰ ਉਮੀਦ ਆ ਉਹਨਾਂ ਦੇ ਕਾਫੀ ਸਾਰੇ ਡਾਊਟਸ ਕਲੀਅਰ ਹੋ ਗਏ ਹੋਣਗੇ। ਔਰ ਆਪਾਂ ਆਸ ਰੱਖਦੇ ਹੈਗੇ ਆ ਵੀ ਇਸ ਲਈ ਜਿਹੜੇ ਆ ਖੇਤੀ ਮਸਲੇ ਹੈਗੇ ਜਲਦੀ ਤੋਂ ਜਲਦੀ ਸੋਲਵ ਹੋਣ, ਤਾਂ ਕਿ ਪੰਜਾਬ ਦੀ ਆਰਥਿਕਤਾ, ਇੱਕ ਤਾਂ ਕਰੋਨਾ ਕਰਕੇ ਗੱਡੀ ਲੀਹ ਤੋਂ ਲਈ ਹੋ ਹੈਗੀ, ਇੱਕ ਫਿਰ ਗੱਡੀਆਂ ਅਸਲ ਵਿੱਚ ਲੀਹ ਤੇ ਬੰਦ ਹੋ ਗਈਆਂ, ਤੀਸਰਾ ਇਹ ਜਿਹੜਾ ਕਿਸਾਨਾਂ ਦਾ ਸਮੱਸਿਆ ਕਰਕੇ ਹੋਰ ਇਕੋਨਮੀ ਥੱਲੇ ਹੋ ਗਈ। ਆਸ ਕਰਦੇ ਇਹ ਸਾਰੇ ਮਸਲੇ ਜਲਦੀ ਤੋਂ ਜਲਦੀ ਹੱਲ ਹੋਣਗੇ ਤਾਂ ਕਿ ਪੰਜਾਬ ਫਿਰ ਤਰੱਕੀ ਵੱਲ ਹੋਵੇ। ਤੁਸੀਂ ਗਰੇਵਾਲ ਸਾਹਿਬ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਮਿਹਰਬਾਨੀ।
ਧੰਨਵਾਦ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ।